ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਾਹਿਬ, ਆਪ ਸਾਰਿਆਂ ਨੂੰ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਆਨਲਾਈਨ ਚੱਲ ਰਹੀ ਗੁਰਮਤਿ ਕਲਾਸ ਵਿੱਚ ਜੀ ਆਇਆਂ। ਅੱਜ ਸਾਡੇ ਨਾਲ ਗਿਆਨੀ ਅਮਰਪਾਲ ਸਿੰਘ ਜੀ ਗੁਰਮਤਿ ਵਿਚਾਰਾਂ ਦੀ ਸਾਂਝ ਕਰਨਗੇ। ਕਿਉਂਕਿ 2 ਹਫ਼ਤੇ ਕੋਈ ਵਿਸ਼ੇਸ਼ ਵਿਸ਼ਾ ਜਿਹੜਾ ਅਸੀਂ ਸ਼ੁਰੂ ਕਰਨਾ ਹੈ ਨਹੀਂ ਕਰ ਰਹੇ, ਇੰਡੀਆ ਜਾ ਕੇ ਗਿਆਨੀ ਜੀ ਆਪ ਉਹਦੇ ਬਾਰੇ ਜਾਣਕਾਰੀ ਦੇਣਗੇ। ਉਹਨਾਂ ਦੇ ਇਸ ਹਫ਼ਤੇ ਇੰਡੀਆ ਜਾਣ ਦੇ ਪ੍ਰੋਗਰਾਮ ਬਣਿਆ ਹੋਇਆ। ਮੈਂ ਗਿਆਨੀ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦੀ ਕਲਾਸ ਸ਼ੁਰੂ ਕਰਨ। ਗਿਆਨੀ ਅਮਰਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਸਰਦਾਰ ਹਰਜੀਤ ਸਿੰਘ ਜੀ, ਉਹਨਾਂ ਦੇ ਸਮੁੱਚੇ ਵਿਦਵਾਨਾਂ ਦੀ ਟੀਮ ਅਤੇ ਸਿੱਖ ਮਿਸ਼ਨਰੀ ਕਾਲਜ ਸਰਕਲ ਨਾਲ ਜੁੜੀਆਂ ਹੋਈਆਂ ਸਾਰੀਆਂ ਸੰਗਤਾਂ ਨੂੰ ਬਹੁਤ ਹੀ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਚੇਅਰਮੈਨ ਸਾਹਿਬ ਜੀ ਨੇ ਆਪ ਜੀ ਨੂੰ ਦੱਸਿਆ ਹੀ ਹੈ, ਇੰਡੀਆ ਜਾਣ ਵਾਸਤੇ ਇੱਥੇ ਕੁਝ ਰੁਝੇਵੇਂ ਹਨ ਤੇ ਪ੍ਰੋਗਰਾਮ ਵੀ ਕਾਫੀ ਬਣੇ ਹੋਏ ਹਨ। ਔਰ ਅਜੇ ਮਾਈਂਡ ਦੇ ਵਿੱਚ ਕੋਈ ਵਿਚਾਰ ਨਹੀਂ ਆ ਰਹੀ ਕਿ ਕਿਹੜੀ ਨਵੀਂ ਬਾਣੀ ਸ਼ੁਰੂ ਕਰੀਏ। 3-4 ਬਾਣੀਆਂ ਮੈਂ ਮਨ ਵਿੱਚ ਸਿਲੈਕਟ ਕੀਤੀਆਂ ਹੋਈਆਂ ਨੇ ਤੇ ਆਉਣ ਵਾਲੇ ਸਮੇਂ 'ਚ ਦੇਖਾਂਗੇ। ਜਿਵੇਂ ਚੇਅਰਮੈਨ ਸਾਹਿਬ ਨੇ ਦੱਸਿਆ ਸੀ ਕਿ ਸਹਿਸਕ੍ਰਿਤੀ ਸਲੋਕਾਂ ਦੀ ਜਿਹੜੀ ਬਾਣੀ ਹੈ ਕਥਾ, ਉਹ ਮੈਂ 2-3 ਵਾਰ ਕਰ ਚੁੱਕੀ ਹਾਂ। ਕੈਨੇਡਾ ਵੀ, ਇੰਗਲੈਂਡ ਵੀ, ਔਰ YouTube ਤੇ ਵੀ ਪਈ ਹੋਈ ਹੈ। ਤੇ ਏਦਾਂ ਹੀ ਕੁਛ ਹੋਰ ਬਾਣੀਆਂ ਕਈਆਂ ਸਨ ਜਿਹੜੀਆਂ YouTube ਦੇ ਉੱਤੇ ਆਲਰੇਡੀ ਪਈਆਂ ਹੋਈਆਂ ਨੇ ਔਰ ਮੈਂ ਕਰ ਚੁੱਕਿਆ ਕਈ ਵਾਰੀ। ਮੈਂ ਸੋਚਦਾ ਹਾਂ ਕਿ ਉਹ ਬਾਣੀ ਕਰਾਂ ਜਿਹੜੀ ਮੈਂ ਅਜੇ ਕੀਤੀ ਨਹੀਂ, ਜਾਂ ਕਹਿ ਲਓ ਵੀ YouTube ਦੇ ਉੱਤੇ ਵਾਸਤੇ ਰਿਕਾਰਡਿੰਗ ਵਾਸਤੇ ਨਹੀਂ ਕੀਤੀ ਹੋਈ, ਤੇ ਐਸੀ ਬਾਣੀ ਜਿਹਦੀ ਰਿਕਾਰਡਿੰਗ ਵੀ ਹੋ ਸਕੇ ਤੇ YouTube ਤੇ ਵੀ ਪੈ ਸਕੇ। ਉਹ ਵੀ ਕਾਲਜ ਦੇ ਵੱਲੋਂ ਜਿਵੇਂ ਭੱਟਾਂ ਦੇ ਸਵਈਆਂ ਦੀ ਸਾਰੀ ਇਹ ਵਿਚਾਰ ਪੈ ਚੁੱਕੀ ਹੈ YouTube ਤੇ, ਆਪ ਜੀ ਉੱਥੋਂ ਲਾਹਾ ਲੈ ਸਕਦੇ ਹੈਗੇ। ਉਹਦੇ ਬਾਰੇ ਮੈਂ ਡਿਸਾਈਡ ਕਰ ਲਵਾਂਗਾ ਇੰਡੀਆ ਪਹੁੰਚ ਕੇ, ਤੇ 1-2 ਹਫ਼ਤੇ ਅਸੀਂ ਜਨਰਲ ਵੈਸੇ ਟੌਪਿਕ ਲੈ ਲੈਂਦੇ ਹਾਂ। ਮੈਨੂੰ ਪਤਾ ਤੇ ਨਹੀਂ ਮੈਂ ਹੁਣ ਅੱਜ ਕਿਹੜਾ ਟੌਪਿਕ ਲੈਣਾ ਹੈਗਾ, ਪਰ ਮੈਂ ਸੋਚਦਾ ਕਿ ਬੇਸਿਕ ਤੋਂ ਥੋੜਾ ਸ਼ੁਰੂ ਕਰ ਲਈਏ। 1-2 ਹਫ਼ਤੇ ਬੇਸਿਕ ਕੁਝ ਟੌਪਿਕ ਨੇ, ਜਿਵੇਂ ਨਾਮ ਜਪਣਾ, ਸਿਮਰਨ ਕਰਨਾ, ਜਾਂ ਜੀਵਨ ਦੇ ਵਿੱਚ ਸਾਡਾ ਮਨੋਰਥ ਕੀ ਹੈਗਾ ਜੀਵਨ ਦਾ, ਜਾਂ ਇਸ ਤਰ੍ਹਾਂ ਦੇ ਹੋਰ 2-4 ਟੌਪਿਕ ਅਸੀਂ ਲੈ ਸਕਦੇ ਹਾਂ। ਤੇ ਮੈਂ ਹੁਣ ਅੱਜ ਸੋਚ ਰਿਹਾ ਕਿ ਚਲੋ ਅਸੀਂ ਆਰੰਭਤਾ ਤੋਂ, ਗੁਰਬਾਣੀ ਦੀ ਜਿੱਥੋਂ ਆਰੰਭਤਾ ਹੁੰਦੀ ਹੈ ਉੱਥੋਂ ਆਰੰਭ ਕਰ ਲੈਂਦੇ ਹਾਂ। ਅੱਜ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬਹੁਤ ਹੀ ਪਿਆਰ ਸਹਿਤ ਰਸ ਭਿੰਨੀ ਆਵਾਜ਼ ਵਿੱਚ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਦੀ ਜ਼ਿੰਦਗੀ ਦਾ ਏਮ ਕੀ ਹੈ? ਮਨੁੱਖਾ ਜੀਵਨ ਦਾ ਮਨੋਰਥ ਕੀ ਹੈ? ਹਰ ਚੀਜ਼ ਦਾ ਕੋਈ ਨਾ ਕੋਈ ਮਨੋਰਥ ਹੈ ਇਸ ਧਰਤੀ ਤੇ। ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਮਕਸਦ ਹੈ। ਉਦਾਹਰਨ ਦੇ ਤੌਰ ਤੇ ਮੇਰੇ ਸਾਹਮਣੇ ਕੈਮਰਾ ਲੱਗਿਆ ਹੋਇਆ, ਇਹਦਾ ਮਕਸਦ ਹੈ ਮੈਂ ਇੱਥੇ ਬੈਠਾ ਵਾਂ ਪੈਰਿਸ ਦੇ ਵਿੱਚ ਤੇ ਪੂਰੀ ਦੁਨੀਆ ਦੇ ਵਿੱਚ ਮੇਰੀ ਤਸਵੀਰ ਜਾ ਰਹੀ ਹੈ। ਇਹਦਾ ਮਕਸਦ ਹੈ ਕੋਈ। ਮੇਰੇ ਮੂੰਹ ਦੇ ਨਾਲ ਬਿਲਕੁਲ ਮਾਈਕ ਲੱਗਿਆ ਹੋਇਆ, ਇਸ ਮਾਈਕ ਦਾ ਮਕਸਦ ਹੈ ਮੈਂ ਇੱਥੇ ਕਮਰੇ 'ਚ ਬੈਠ ਕੇ ਥੋੜੀ ਜਿਹੀ ਆਵਾਜ਼ ਵਿੱਚ ਬੋਲਦਾ ਹਾਂ, ਪੂਰੀ ਦੁਨੀਆ 'ਚ ਮੇਰੀ ਆਵਾਜ਼ ਫੈਲ ਜਾਂਦੀ ਹੈ। ਬਲਬ ਲੱਗਿਆ ਹੋਇਆ, ਟਿਊਬ ਲੱਗੀ ਹੋਈ ਹੈ, ਇਹਦਾ ਕੋਈ ਮਕਸਦ ਹੈ ਇਹਨੇ ਸਾਡੇ ਹਨੇਰੇ ਨੂੰ ਦੂਰ ਕਰ ਦਿੱਤਾ। ਇੱਕ ਛੋਟੀ ਜਿਹੀ ਪੱਗ ਪਿੰਨ ਦਾ ਮਕਸਦ ਹੈ ਉਹ ਮੇਰੇ ਪੱਗ ਦੇ ਲੜ ਨੂੰ ਟੁੰਗ ਦਿੰਦੀ ਹੈ। ਇੱਕ ਛੋਟੀ ਜਿਹੀ ਸੂਈ ਦਾ ਮਕਸਦ ਹੈ ਉਹ ਕੱਪੜੇ ਸੀਂਦੀ ਹੈ। ਜੇ ਇੱਕ ਸੂਈ ਦਾ ਮਕਸਦ ਹੈ ਤੇ ਇਸ 6 ਫੁੱਟੇ ਸਰੀਰ ਦਾ ਕੋਈ ਮਕਸਦ ਨਹੀਂ ਹੈ। ਇਹਦਾ ਵੀ ਕੋਈ ਨਾ ਕੋਈ ਮਕਸਦ, ਕੋਈ ਨਾ ਕੋਈ ਪਰਪਸ ਹੋਏਗਾ। ਕਵਨ ਕਾਜ ਸਿਰਜੇ ਜਗ ਪੀਤਰ, ਜਨਮ ਕਵਨ ਫਲ ਪਾਇਆ। ਇਹ ਸਰੀਰ ਕਿਉਂ ਮਿਲਿਆ? ਮਨੁੱਖਾ ਜੀਵਨ ਦਾ ਕਾਜ ਕੀ ਹੈ, ਮਨੋਰਥ ਕੀ ਇਹਦਾ? ਫਿਰ ਉਹ ਮਨੋਰਥ ਸਾਨੂੰ ਗੁਰਬਾਣੀ ਵਿੱਚੋਂ ਦੇਖਣਾ ਪਏਗਾ। ਸਾਡੀ ਜ਼ਿੰਦਗੀ ਦਾ ਮਨੋਰਥ ਹੈ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਮਨੁੱਖਾ ਜ਼ਿੰਦਗੀ ਦਾ ਮਨੋਰਥ ਹੈ ਰੱਬ ਨੂੰ ਮਿਲਣਾ, ਗੋਬਿੰਦ ਨੂੰ ਮਿਲਣਾ। ਮਨੁੱਖਾ ਜ਼ਿੰਦਗੀ ਦਾ ਮਨੋਰਥ ਹੈ। ਜੇ ਮਨੁੱਖਾ ਜ਼ਿੰਦਗੀ ਵਿੱਚ ਮਨੁੱਖ ਰੱਬ ਨੂੰ ਨਹੀਂ ਮਿਲ ਰਿਹਾ ਤੇ ਇਹਦਾ ਜੀਵਨ ਦਾ ਮਨੋਰਥ ਵਿਅਰਥ ਹੈ, ਕਿਸੇ ਕੰਮ ਦਾ ਨਹੀਂ। ਘੜੀ ਸੋਨੇ ਦੀ ਹੋਵੇ, ਕੀਮਤੀ ਹੋਵੇ, ਪਰ ਬੰਦ ਹੋ ਜਾਏ, ਚੱਲੇ ਨਾ, ਤੇ ਲੋਕ ਬੰਦ ਘੜੀ ਆਪਣੀ ਗੁੱਟ ਤੇ ਬੰਨ ਕੇ ਨਹੀਂ ਰੱਖਦੇ, ਲਾ ਦਿੰਦੇ ਨੇ, ਫਾਇਦਾ ਹੀ ਕੋਈ ਨਹੀਂ।
ਰਿਪੇਅਰ ਹੋ ਜਾਏਗੀ, ਸਮਾਂ ਦੱਸੇਗੀ ਤੇ ਬੰਨੀ ਜਾਏਗੀ, ਨਹੀਂ ਤੇ ਨਹੀਂ। ਘੜੀ ਭਾਵੇਂ ਸੋਨੇ ਦੀ ਹੋਵੇ, ਹੀਰੇ ਜਵਾਹਰਾਤ ਉੱਤੇ ਜੜੇ ਹੋਣ, ਜੇ ਸਮਾਂ ਨਹੀਂ ਦੱਸਦੀ ਫਿਰ ਕਿਸੇ ਵੀ ਕੰਮ ਨਹੀਂ। ਇਸੇ ਤਰ੍ਹਾਂ ਮਨੁੱਖਾ ਜੀਵਨ ਦਾ ਮਨੋਰਥ ਹੈ ਰੱਬ ਨੂੰ ਮਿਲਣਾ। ਜੇ ਅਜੇ ਤੱਕ ਮਨੁੱਖ ਨੇ ਰੱਬ ਨੂੰ ਨਹੀਂ ਮਿਲਿਆ, ਫਿਰ ਇਹਦੇ ਜੀਵਨ ਦਾ ਕੋਈ ਫਾਇਦਾ ਨਹੀਂ, ਫਿਰ ਵਿਅਰਥ ਹੈ ਇਹਦਾ ਜੀਵਨ। ਇਹਦਾ ਮਤਲਬ ਸਿੱਖ ਦੀ ਜ਼ਿੰਦਗੀ ਦਾ ਨਿਸ਼ਾਨਾ ਹੈ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਸ ਤੁਕ ਦਾ ਅਰਥ ਇਹ ਨਹੀਂ ਕਿ ਹੋਰ ਕੰਮ ਮੇਰੇ ਕਿਸੇ ਵੀ ਕੰਮ ਦੇ ਨਹੀਂ, ਨਾ ਮੈਂ ਦੁਕਾਨ ਖੋਲਾਂ, ਨਾ ਮੈਂ ਜੌਬ ਕਰਾਂ, ਨਾ ਮੈਂ ਘਰ ਦੀ ਸਾਫ਼ ਸਫਾਈ ਕਰਾਂ, ਨਾ ਮੈਂ ਇਸ਼ਨਾਨ ਆਪਣਾ ਕਰਾਂ, ਨਾ ਮੈਂ ਰੋਟੀ ਖਾਵਾਂ, ਨਾ ਮੈਂ ਸੋਵਾਂ, ਹੋਰ ਕੋਈ ਕੰਮ ਕਿਸੇ ਅਰਥ ਨਹੀਂ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਬਸ ਇੱਕੋ ਕੰਮ ਕਰੀ ਜਾਵਾਂ, ਮੇਰੇ ਸਾਧ ਸੰਗਤ ਭਜ ਕੇਵਲ ਨਾਮ, ਸੰਗਤ ਚ ਜਾ ਕੇ ਬੈਠ ਕੇ ਨਾਮ ਜਪੀ ਜਾਵਾਂ। ਇਹਦਾ ਅਰਥ ਇਹ ਨਹੀਂ ਹੈ। ਰੱਬੀ ਮਿਲਾਪ ਦੇ ਇੱਥੇ ਕਾਰਜਾਂ ਦਾ ਜ਼ਿਕਰ ਚੱਲ ਰਿਹਾ ਹੈ ਕਿ ਰੱਬੀ ਮਿਲਾਪ ਦੇ ਵਿੱਚ ਜਿਹੜੇ ਹੋਰ ਕਾਰਜ ਨੇ ਉਹ ਤੇਰੇ ਕਿਸੇ ਕੰਮ ਨਹੀਂ। ਤੀਰਥਾਂ ਤੇ ਇਸ਼ਨਾਨ ਕਰਨਾ, ਵਰਤ ਰੱਖਣੇ, ਜਾਂ ਪਾਣੀ ਚ ਇੱਕ ਲੱਭ ਦੇ ਭਾਰ ਖਲੋ ਜਾਣਾ, ਕੰਡਿਆਂ ਤੇ ਬਹਿ ਕੇ ਸਰੀਰ ਨੂੰ ਕਸ਼ਟ ਦੇਈ ਜਾਣੇ, ਅੱਗ ਬਾਲ ਕੇ ਸਰੀਰ ਨੂੰ ਸਾੜੀ ਜਾਣਾ, ਪੁੱਠਾ ਲਟਕਣਾ, ਅੱਖਾਂ ਬੰਦ ਕਰਕੇ ਸਮਾਧੀਆਂ ਲਾਈ ਜਾਣੀਆਂ, ਮਾਲਾ ਫੇਰੀ ਜਾਣੀਆਂ, ਅਵਰ ਕਾਜ ਤੇਰੇ ਕਿਤੇ ਨਾ ਕੰਮ। ਰੱਬੀ ਮਿਲਾਪ ਦੇ ਰਸਤੇ ਵਿੱਚ ਇਹ ਕੰਮ ਤੇਰੇ ਕਿਸੇ ਅਰਥ ਨਹੀਂ ਹਨ। ਇੱਕੋ ਕੰਮ ਤੈਨੂੰ ਰੱਬ ਨਾਲ ਮਿਲਾ ਸਕਦਾ ਹੈ, ਮੇਰੇ ਸਾਧ ਸੰਗਤ ਭਜ ਕੇਵਲ ਨਾਮ। ਗੁਰੂ ਦੀ ਸੰਗਤ ਵਿੱਚ ਜਾ ਕੇ ਗੁਰੂ ਕੋਲੋਂ ਰੱਬ ਦਾ ਨਾਮ ਲੈ ਕੇ ਹੀ ਅਸੀਂ ਰੱਬ ਤੱਕ ਪਹੁੰਚ ਸਕਦੇ ਹਾਂ। ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕੰਮ। ਹਰ ਪਲ ਰੱਬੀ ਨਾਮ ਨਾਲ ਜੁੜ ਕੇ, ਬਾਕੀ ਕਾਰਜ ਧਰਮ ਦੇ ਨਾਂ ਤੇ ਮਿੱਥੇ ਹੋਏ ਨਿਰਾਫਲ ਨੇ, ਵਿਅਰਥ ਨੇ। ਹੁਣ ਮਨੁੱਖ ਦੀ ਜ਼ਿੰਦਗੀ ਦਾ ਮਕਸਦ ਹੈ ਰੱਬ ਨੂੰ ਮਿਲਣਾ। ਤੇ ਕਿਸ ਰੱਬ ਨੂੰ ਮਿਲਣਾ? ਆਰੰਭਤਾ ਵਿੱਚ ਗੁਰੂ ਨਾਨਕ ਸਾਹਿਬ ਨੇ ਜ਼ਿਕਰ ਕਰ ਦਿੱਤਾ, ਜਿਹੜਾ ਇੱਕ ਹੈ ਤੇ ਕੇਵਲ ਇੱਕ ਨਹੀਂ ਹੈ। ਇੱਕ ਤੇ ਇਸਲਾਮਿਕ ਮਤ ਵਿੱਚ ਖੁਦਾ ਵੀ ਹੈ। ਜੇ ਇਸਲਾਮਿਕ ਮਤ ਵਿੱਚ ਇੱਕ ਖੁਦਾ ਹੈ, ਸਿੱਖ ਮਤ ਵਿੱਚ ਇੱਕ ਰੱਬ ਹੈ, ਤੇ ਫਰਕ ਕੋਈ ਨਹੀਂ ਹੈ। ਉਹ ਵਾਲਾ ਇੱਕ ਨਹੀਂ, ਕਿਉਂਕਿ ਉਹਨਾਂ ਦਾ ਖੁਦਾ ਇੱਕ ਪਰਸਨ ਹੈ, ਇੱਕ ਸ਼ਖਸੀਅਤ ਹੈ, ਇੱਕ ਵਿਅਕਤੀ ਹੈ ਜਿਹੜਾ ਕਿਤੇ ਬੈਠਾ ਹੋਇਆ ਹੈ। ਕਿਸੇ ਬਹਿਸ਼ਤ ਵਿੱਚ ਦਰਬਾਰ ਸਜਾ ਕੇ ਬੈਠੇ ਜਾਂ ਕਿਸੇ ਮਸੀਤ ਵਿੱਚ ਬੈਠੇ, ਜਿਹਨੂੰ ਗੁਰਬਾਣੀ ਨੇ ਕਿਹਾ ਸੀ ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅੱਲਾਹ ਮੁਕਾਮਾ, ਜਿਹਦੇ ਬਾਰੇ ਗੁਰਬਾਣੀ ਨੇ ਕਿਹਾ ਸੀ ਕਿ ਕਿਸੇ ਨੇ ਕਹਿ ਦਿੱਤਾ ਫਲਾਣੀ ਥਾਂ ਤੇ ਰੱਬ ਰਹਿੰਦਾ, ਕਿਸੇ ਨੇ ਕਿਹਾ ਫਲਾਣੀ ਥਾਂ ਤੇ ਖੁਦਾ ਰਹਿੰਦਾ ਹੈ। ਹਰ ਇੱਕ ਦੀ ਆਪੋ ਆਪਣੀ ਮਾਨਤਾ ਸੀ। ਅੱਲਾਹ ਏਕ, ਮਸੀਤ ਬਸਤ ਹੈ। ਤੇ ਸਤਿਗੁਰੂ ਨੇ ਸਵਾਲ ਉਠਾਇਆ ਸੀ ਵੀ ਅਵਰ ਮੁਲਕ ਕਿਸ ਕੇਰਾ, ਭਗਤ ਕਬੀਰ ਜੀ ਨੇ। ਹਿੰਦੂ ਨੇ ਕਹਿ ਦਿੱਤਾ ਵੀ ਉਹ ਰੱਬ ਜਿਹੜਾ ਹੈ ਨਾ, ਉਹ ਮੂਰਤੀ ਵਿੱਚ ਹੈ। ਹਿੰਦੂ ਮੂਰਤ ਨਾਮ ਨਿਵਾਸੀ, ਦੋਵੇਂ ਤੱਤ ਨਾ ਹੇਰਾ। ਫਿਰ ਕਿੱਥੇ ਹੈ? ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅੱਲਾਹ ਮੁਕਾਮਾ। ਤੇ ਬਾਣੀ ਨੇ ਫਿਰ ਇੱਕ ਜਵਾਬ ਦਿੱਤਾ ਸੀ, ਦਿਲ ਮੈਂ ਖੋਜ, ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮਾ। ਆਪਣੇ ਦਿਲ ਚ ਖੋਜ ਲੋ, ਇਹੀ ਥਾਂ ਹੈ ਠੌਰ ਮੈਨੇ ਜਗ੍ਹਾ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਿਉ ਪੁਕਾਰ। ਹਰ ਹਿਰਦੇ ਵਿੱਚ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਾਰੇ ਦੇ ਅੰਦਰ ਹੈ। ਰੱਬ ਕਿਤੇ ਗਵਾਚਾ ਨਹੀਂ ਹੋਇਆ, ਉਹ ਸਾਰੇ ਦੇ ਅੰਦਰ ਹੀ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮੂਲ ਮੈਨੇ ਆਪਣੀ ਅਸਲੀਅਤ ਦੇਖ, ਤੂੰ ਹੀ ਤੇ ਜੋਤ ਦਾ ਰੂਪ ਹੈ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ ਉਹ ਤੇ ਤੇਰੇ ਨਾਲ ਹੈ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਦੇ ਨਾਲ ਕਾਰ ਵੀ ਕਹਿ ਦਿੱਤਾ। ਇੱਕ ਓੰਕਾਰ ਹੈ, ਇੱਕ ਪਰ ਸਾਰਿਆਂ ਚ ਵਿਆਪਕ ਹੈ। ਮੁਸਲਮਾਨ ਦਾ ਖੁਦਾ ਇੱਕ ਹੀ ਹੈ ਔਰ ਇੱਕ ਥਾਂ ਤੇ ਹੀ ਹੈ। ਗੁਰੂ ਨਾਨਕ ਪਾਤਸ਼ਾਹ ਦਾ ਰੱਬ ਕੁੱਲ ਕਾਇਨਾਤ ਵਿੱਚ ਵਿਆਪਕ ਹੈ, ਜ਼ਰੇ ਜ਼ਰੇ ਕਣ ਕਣ ਵਿੱਚ ਹੈ, ਹਰ ਥਾਂ ਤੇ ਹੈ। जोगी गोरख गोरख करे, हिंदू राम नाम उच्चरे, मुसलमान का एक खुदाए, कबीर का स्वामी रिया समाए। इन्ना फर्क है। मुसलमान का एक खुदाए एक थां ते रहिंदा है, कबीर का स्वामी रिया समाए वो सारियां थावां ते है। जिधर भी जाने आ, जय बसैलन ते बैसा स्वामी, जय भेजै ते जावां, सब नगरी में एक राजा, सब्बै पवित्र थावां हर थां ते है। बस मनुख की जिंदगी का बड़ा बड़ा दुख है, ਉਹਨੂੰ ਵਿਆਪਕ ਨੂੰ ਭੁੱਲ ਜਾਂਦਾ ਹੈ। ਬਸ ਧਰਮ ਸਥਾਨਾਂ ਤੇ ਰੱਬ ਨੂੰ ਖੋਜਦਾ ਹੈ, ਵਿਆਪਕ ਨੂੰ ਭੁੱਲ ਜਾਂਦਾ ਵੀ ਉੱਥੇ ਮੇਰੇ ਘਰੇ ਵੀ ਹੈ, ਮੇਰੀ ਦੁਕਾਨ ਤੇ ਵੀ ਹੈ, ਮੇਰੀ ਫੈਕਟਰੀ ਵਿੱਚ ਵੀ ਹੈ, ਰਸਤੇ 'ਚ ਤੁਰਿਆ ਜਾਂਦਾ ਉਹਦੇ ਵਿੱਚ ਵੀ ਹੈ, ਬੱਸ ਵਿੱਚ, ਟ੍ਰੇਨ ਵਿੱਚ, ਜਹਾਜ਼ ਵਿੱਚ ਵੀ ਹੈ।
ਇਹ ਗੱਲ ਭੁੱਲ ਜਾਂਦਾ ਹੈ ਕਿ ਹਵਾ ਵਿੱਚ ਵੀ ਹੈ, ਪਾਣੀ 'ਚ ਵੀ ਹੈ, ਜ਼ਮੀਨ ਤੇ ਵੀ ਹੈ, ਪੰਛੀਆਂ ਵਿੱਚ ਵੀ, ਪਸ਼ੂ ਹੈ। ਬੜਾ ਵੱਡਾ ਦੁੱਖ ਹੈ ਜ਼ਿੰਦਗੀ ਦਾ ਇਹ ਕਿ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤ ਨਾ ਆਵਈ। ਕਿਤੜਾ ਦੁੱਖ ਗਣਾ, ਬਸ ਚੇਤੇ ਨਹੀਂ ਆਉਂਦਾ ਵੀ ਉਹ ਤੇ ਮੇਰੀ ਬਜ਼ੁਰਗ ਮਾਂ 'ਚ ਵੀ ਬੈਠਾ, ਉੱਥੇ ਆ ਕੇ ਭੁੱਲ ਜਾਂਦਾ ਉਹ। ਜਦੋਂ ਬਜ਼ੁਰਗ ਪਿਤਾ ਨੂੰ ਦੇਖਦਾ ਉੱਥੇ ਭੁੱਲ ਜਾਂਦਾ ਵੀ ਇਹਦੇ ਵਿੱਚ ਵੀ ਬੈਠਾ। ਜਦੋਂ ਬੱਚਿਆਂ ਨੂੰ ਝਿੜਕਦਾ ਉਦੋਂ ਭੁੱਲ ਜਾਣਾ ਵੀ ਇਹਦੇ ਵਿੱਚ ਵੀ ਹੈ। ਏਡਾ ਵੱਡਾ ਦੁੱਖ ਹੈ ਮਨੁੱਖ ਦੀ ਜ਼ਿੰਦਗੀ ਵਿੱਚ, ਭੁੱਲ ਜਾਣਾ। ਸੋ ਪ੍ਰਭ ਚਿਤ ਨਾ ਆਵਈ, ਕਿਤੜਾ ਦੁੱਖ ਗਣਾ। ਮੈਂ ਕਿੱਡਾ ਵੱਡਾ ਦੁੱਖ ਗਿਣ ਕੇ ਦੱਸਾਂ। ਉਦੋਂ ਮੈਂ ਭੁੱਲ ਜਾਣਾ ਜਦੋਂ ਮੈਂ ਕਿਸੇ ਦੂਜੇ ਨਾਲ ਵਿਹਾਰ ਕਰਦਾ। ਉਸ ਅਕਾਲ ਪੁਰਖ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਕਹਿ ਦਿੱਤਾ ਇੱਕ ਓੰਕਾਰ, ਇੱਕ ਹੈ ਤੇ ਸਾਰਿਆਂ ਵਿੱਚ ਹੈ। ਹੋਰ ਉਹਦੇ ਗੁਣ ਕਿਹੜੇ ਨੇ, ਹੋਰ ਉਹਦੀਆਂ ਖੂਬੀਆਂ ਕਿਹੜੀਆਂ ਨੇ? ਸਤਨਾਮ, ਉਹਦਾ ਨਾਮ ਸਦੀਵੀ ਹੋਣ ਵਾਲਾ, ਸਦਾ ਸਥਿਰ ਹੈ। ਕਰਤਾ ਪੁਰਖ, ਕਰਤਾ ਮੈਨੇ ਬਣਾਉਣ ਵਾਲਾ, ਪੁਰਖ ਮੈਨੇ ਵਿੱਚ ਹੀ ਸਮਾ ਗਿਆ। ਨਿਰਭਉ, ਜਿਹਨੂੰ ਕਿਸੇ ਤੋਂ ਡਰ ਨਹੀਂ। ਨਿਰਵੈਰ, ਜਿਹਦੀ ਕਿਸੇ ਨਾਲ ਦੁਸ਼ਮਣੀ ਨਹੀਂ। ਅਕਾਲ ਮੂਰਤ, ਜਿਹਦੀ ਹਸਤੀ ਹੋਂਦ ਮੌਤ ਤੋਂ ਪਰੇ ਹੈ। ਅਜੂਨੀ, ਜਿਹੜਾ ਜੂਨਾਂ 'ਚ ਨਹੀਂ ਆਉਂਦਾ। ਸੈਭੰ, ਜਿਹੜਾ ਸਵੈਮ ਤੋਂ ਪ੍ਰਕਾਸ਼ ਹੈ। ਮਿਲਦਾ ਕਿਵੇਂ ਹੈ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਦੁਆਰਾ। ਉਸ ਇੱਕ ਓਂਕਾਰ ਨੇ ਗੁਰ ਪ੍ਰਸਾਦ ਨਾਲ ਮਿਲਣਾ ਹੈ। ਇਹਦਾ ਮਤਲਬ ਸ਼ੁਰੂਆਤ ਗੁਰ ਪ੍ਰਸਾਦ ਤੋਂ ਕਰਨੀ ਪਏਗੀ। ਕੋਈ ਲਿਖ ਦੇਵੇ ਇੱਕ ਓਂਕਾਰ, ਫਿਰ ਥੱਲੇ ਸਤਨਾਮ, ਫਿਰ ਥੱਲੇ ਕਰਤਾ ਪੁਰਖ, ਉਸ ਤੋਂ ਥੱਲੇ ਨਿਰਭਉ, ਅਖੀਰ ਤੇ ਗੁਰ ਪ੍ਰਸਾਦ। ਹੁਣ ਜਿਹਨੇ ਉੱਪਰ ਇੱਕ ਤੱਕ ਪਹੁੰਚਣਾ ਹੈ ਉਹਨੂੰ ਸ਼ੁਰੂਆਤ ਗੁਰ ਪ੍ਰਸਾਦ ਤੋਂ ਕਰਨੀ ਪਏਗੀ। ਮੈਂ ਲੁਧਿਆਣੇ ਤੋਂ ਦਿੱਲੀ ਜਾਣਾ ਹੈ ਤੇ ਆਪਣਾ ਸਫ਼ਰ ਮੈਂ ਦਿੱਲੀ ਤੋਂ ਸ਼ੁਰੂ ਨਹੀਂ ਕਰਾਂਗਾ। ਸਫ਼ਰ ਮੈਂ ਲੁਧਿਆਣੇ ਤੋਂ ਸ਼ੁਰੂ ਕਰਾਂਗਾ। ਲੁਧਿਆਣੇ ਤੋਂ ਖੰਨੇ ਜਾਵਾਂਗਾ, ਉਸ ਤੋਂ ਅੱਗੇ ਮੈਂ ਪਹੁੰਚਦਾ ਚਲਾ ਜਾਵਾਂਗਾ। ਜਿਵੇਂ ਜਿਵੇਂ ਮੈਂ ਅੱਗੇ ਜਾਵਾਂਗਾ ਉਵੇਂ ਉਵੇਂ ਅੰਬਾਲਾ ਆਇਆ, ਪਾਣੀਪਤ ਆਇਆ, ਚਲਦਿਆਂ ਚਲਦਿਆਂ ਮੈਂ ਦਿੱਲੀ ਪਹੁੰਚਾਂਗਾ। ਇਸੇ ਤਰ੍ਹਾਂ ਜਿਹਨੇ ਇੱਕ ਓਂਕਾਰ ਤੱਕ ਪਹੁੰਚਣਾ ਹੈ ਉਹਨੂੰ ਸ਼ੁਰੂਆਤ ਗੁਰ ਪ੍ਰਸਾਦ ਤੋਂ ਕਰਨੀ ਪਏਗੀ। ਬਿਨਾਂ ਗੁਰੂ ਤੋਂ ਇੱਕ ਓਂਕਾਰ ਨਹੀਂ ਮਿਲ ਸਕਦਾ। ਨਾ ਕਿਸੇ ਨੇ ਅੱਜ ਤਰੀਕਾ ਪਾਇਆ, ਨਾ ਕੋਈ ਪਾ ਸਕਦਾ ਹੈ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਨਾ ਕਿਸੇ ਨੇ ਪਾਇਆ, ਨਾ ਕੋਈ ਪਾ ਸਕਦਾ ਹੈ। ਇਸ ਕਰਕੇ ਇੱਕ ਓਂਕਾਰ ਤੱਕ ਪਹੁੰਚਣੇ ਤੇ ਸ਼ੁਰੂਆਤ ਹੋਏਗੀ ਗੁਰ ਪ੍ਰਸਾਦ, ਗੁਰੂ ਦੀ ਕਿਰਪਾ। ਤੇ ਗੁਰੂ ਦੀ ਕਿਰਪਾ ਕੀ ਹੈ? ਘਰ ਮਿਲ ਜਾਏ, ਗੁਰੂ ਦੀ ਕਿਰਪਾ ਹੈ। ਕੋਠੀ ਮਿਲ ਗਈ, ਗੁਰੂ ਦੀ ਕਿਰਪਾ ਹੈ। ਕਾਰ ਮਿਲ ਗਈ, ਗੁਰੂ ਦੀ ਕਿਰਪਾ ਹੋ ਗਈ। ਧੀਆਂ ਪੁੱਤਰ ਮਿਲ ਗਏ, ਗੁਰੂ ਦੀ ਕਿਰਪਾ ਹੋ ਗਈ। ਅਸੀਂ ਇਹਨਾਂ ਚੀਜ਼ਾਂ ਨੂੰ ਕਹਿੰਦੇ ਆ ਵੀ ਗੁਰੂ ਦੀ ਕਿਰਪਾ ਹੋ ਗਈ ਜੀ, ਬੜਾ ਆਨੰਦ ਆ ਗਿਆ ਜੀ, ਨੌਕਰੀ ਮਿਲ ਗਈ, ਆਨੰਦ ਆ ਗਿਆ ਜੀ, ਗੁਰੂ ਦੀ ਕਿਰਪਾ ਹੋ ਗਈ, ਵੀਜ਼ਾ ਲੱਗ ਗਿਆ। ਇਹ ਹੈ ਗੁਰੂ ਦੀ ਕਿਰਪਾ। ਇੰਨੀ ਛੋਟੀ, ਇੰਨੀ ਤੁੱਛ ਹੈ, ਉਹਦੀ ਕੀਮਤ ਸਿਰਫ ਇੱਕ ਕੋਠੀ ਹੈ ਬਸ। ਬੜੀ ਸਸਤੀ ਗੁਰੂ ਦੀ ਕਿਰਪਾ। ਇੱਕ ਕਾਰ ਹੈ ਬਸ ਗੁਰੂ ਦੀ ਕਿਰਪਾ। ਅਸੀਂ ਇਸ ਤਰ੍ਹਾਂ ਹੀ ਕਰਦੇ ਹਾਂ ਨਾ, ਜਦੋਂ ਇੱਕ ਦੂਜੇ ਨੂੰ ਮਿਲਦੇ ਆ ਜੀ, ਕੋਠੀ ਮਿਲ ਗਈ, ਗੁਰੂ ਦੀ ਕਿਰਪਾ ਹੋ ਗਈ, ਆਨੰਦ ਆ ਗਿਆ। ਆਨੰਦ ਆਨੰਦ ਸਭ ਕੋ ਕਹੈ, ਹਰ ਇੱਕ ਨੂੰ ਕਹੀ ਜਾਂਦੇ ਆਨੰਦ ਆਨੰਦ ਆ ਗਿਆ ਜੀ, ਆਨੰਦ ਆ ਗਿਆ। ਪਰ ਸਤਿਗੁਰੂ ਜੀ ਆਖਦੇ ਨੇ ਕਿ ਆਨੰਦ ਗੁਰੂ ਤੇ ਜਾਣਿਆ। ਆਨੰਦ ਗੁਰੂ ਤੋਂ ਪਤਾ ਲੱਗਣਾ ਜੀ ਆਨੰਦ ਹੁੰਦਾ ਕੀ ਹੈ। ਤੇ ਉਦੋਂ ਪਤਾ ਲੱਗਣਾ ਜਦੋਂ ਗੁਰੂ ਕਿਰਪਾ ਕਰੇਗਾ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਜਦੋਂ ਕਿਰਪਾ ਕਰਦਾ ਉਦੋਂ ਪਤਾ ਲੱਗਦਾ ਆਨੰਦ ਕੀ ਹੈ। ਤੇ ਕਿਰਪਾ ਦਾ ਮਤਲਬ ਕਾਰ ਕੋਠੀ ਨਹੀਂ ਹੈ, ਧੀਆਂ ਪੁੱਤਰ ਨਹੀਂ ਹਨ। ਜੇ ਕੋਠੀ ਮਿਲਣਾ ਕਿਰਪਾ ਹੈ, ਫਿਰ ਮੰਨਣਾ ਪਏਗਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਾਲੋ ਤੇ ਕਿਰਪਾ ਨਹੀਂ ਕੀਤੀ। ਕਿਉਂਕਿ ਪਹਿਲੀ ਉਦਾਸੀ ਵੇਲੇ ਭਾਈ ਲਾਲੋ ਦੇ ਘਰ ਗਏ, ਸਧਾਰਨ ਜਿਹਾ ਘਰ ਸੀ। ਜਦੋਂ ਤੀਜੀ ਉਦਾਸੀ ਵੇਲੇ ਵਾਪਸ ਆਏ ਉਦੋਂ ਵੀ ਸਧਾਰਨ ਜਿਹਾ ਘਰ ਸੀ। ਕਿਸੇ ਇਤਿਹਾਸਕਾਰ ਨੇ ਲਿਖਿਆ ਵੀ ਉੱਥੇ ਕੋਠੀ ਬਣ ਗਈ ਸੀ। ਤੇ ਜੇ ਘਰ ਮਿਲਣਾ ਕਿਰਪਾ ਹੈ, ਕੱਲ ਨੂੰ ਘਰ ਖੁੱਸ ਜਾਏ ਫਿਰ ਤੇ ਕਰੋਪੀ ਹੋਈ ਨਾ ਮਾਲਕ ਦੀ। ਫਿਰ ਕੀ ਕਵਾਂਗੇ? ਕਲਗੀਧਰ ਪਾਤਸ਼ਾਹ ਦਾ ਤੇ ਰਾਜ ਭਾਗ, ਆਨੰਦਪੁਰ ਦਾ ਮਹਿਲ, ਕਿਲੇ, ਸਾਰਾ ਕੁਝ ਚਲਾ ਗਿਆ। ਜੇ ਪੁੱਤਰ ਮਿਲ ਜਾਣੀ ਕਿਰਪਾ ਹੈ, ਫਿਰ ਕਹਿਣਾ ਪਏਗਾ ਕਿ ਬੇਬੇ ਨਾਨਕੀ ਤੇ ਗੁਰੂ ਨਾਨਕ ਦੀ ਕਿਰਪਾ ਨਹੀਂ ਹੋਈ, ਉਹਦੇ ਘਰ ਔਲਾਦ ਹੀ ਨਹੀਂ ਹੋਈ। ਜਿਸ ਬਾਬਾ ਬੁੱਢਾ ਜੀ ਦੇ ਨਾਂ ਤੇ ਪੁੱਤਰ ਵੰਡੇ ਜਾਂਦੇ ਨੇ ਸਾਧਾਂ ਸੰਤਾਂ ਵੱਲੋਂ, ਉਸ ਬਾਬੇ ਬੁੱਢੇ ਦੀ 8ਵੀਂ ਪੀੜ੍ਹੀ ਚ ਆ ਕੇ ਔਲਾਦ ਨਹੀਂ ਹੋਈ। ਸੁਜਾਨ ਸਿੰਘ ਤੋਂ ਬਾਅਦ ਔਲਾਦ ਨਹੀਂ ਹੋਈ। ਕੀ ਕਵਾਂਗੇ? ਬਾਬਾ ਬੁੱਢਾ ਜੀ ਤੇ ਕਿਰਪਾ ਨਹੀਂ ਸੀ। ਤੁਸੀਂ ਦੇਖ ਲਓ ਮਹਾਨ ਕੋਸ਼ ਵਿੱਚ, ਬਾਬੇ ਬੁੱਢੇ ਦਾ ਸ਼ਜਰਾ ਦੇਖ ਲਓ, ਉਹਦੇ ਚ ਤੁਹਾਨੂੰ ਸਾਰੀ ਡਿਟੇਲ ਮਿਲ ਜਾਏਗੀ।
ਤੇ ਜੇ ਪੁੱਤਰ ਮਿਲ ਜਾਣਾ ਕਿਰਪਾ ਹੈ, ਤੇ ਪੁੱਤਰ ਖੁਸ਼ ਜਾਣੇ ਤੇ ਕਰੋਪੀ ਹੋਏਗੀ। ਕੀ ਕਵਾਂਗੇ? ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਇੱਕ ਵੀ ਸਾਹਿਬਜ਼ਾਦਾ ਨਹੀਂ ਰਿਹਾ ਕਿ ਕਿਰਪਾ ਨਹੀਂ ਰੱਬ ਦੀ, ਗੁਰੂ ਦੀ ਕਿਰਪਾ ਨਹੀਂ। ਕਿਰਪਾ ਦੀ ਕੀਮਤ ਇੰਨੀ ਤੁੱਛ ਨਹੀਂ ਹੈ, ਇੰਨੀ ਛੋਟੀ ਨਹੀਂ ਹੈ ਕਿ ਉਹਦੀ ਕੀਮਤ ਇੱਕ ਕੋਠੀ, ਉਹਦੀ ਕੀਮਤ ਇੱਕ ਕਾਰ, ਉਹਦੀ ਕੀਮਤ ਇੱਕ ਪੁੱਤਰ, ਉਹਦੀ ਕੀਮਤ ਇੱਕ ਨੌਕਰੀ। ਗੁਰੂ ਦੀ ਕਿਰਪਾ ਅਮੁੱਲਕ ਹੈ, ਮੁੱਲ ਨਹੀਂ ਪਾਇਆ ਜਾ ਸਕਦਾ। ਗੁਰੂ ਕਿਰਪਾ ਕਿਵੇਂ ਕਰਦਾ ਹੈ? ਗੁਰੂ ਦਾ ਸੰਬੰਧ ਹੈ ਗਿਆਨ ਨਾਲ, ਚੀਜ਼ਾਂ ਨਾਲ ਨਹੀਂ ਹੈ। ਬਸ ਇਹ ਯਾਦ ਰੱਖਿਓ। ਅਸੀਂ ਗੁਰੂ ਕੋਲ ਗਿਆਨ ਲੈਣ ਜਾਂਦੇ ਹਾਂ, ਚੀਜ਼ਾਂ ਨਹੀਂ ਲੈਣ ਜਾਂਦੇ। ਗੁਰਦੁਆਰੇ ਹੋਏ ਸੋਝੀ ਪਾਈ ਸੀ, ਅਸੀਂ ਸੋਝੀ ਲੈਣ ਜਾਂਦੇ ਹਾਂ, ਉੱਥੇ ਗਿਆਨ ਲੈਣ ਜਾਂਦੇ ਹਾਂ ਗੁਰੂ ਤੋਂ। ਗੁਰੂ ਸਾਡਾ ਪਾਂਦਾ ਹੈ, ਟੀਚਰ ਹੈ, ਜਿਹਨੇ ਸਾਨੂੰ ਗਿਆਨ ਦੇਣਾ ਹੈ। ਹਮ ਬਾਰਿਕ ਹਰ ਪ੍ਰਭ ਕੀ ਹੈ ਇਆਣੇ, ਧੰਨ ਧੰਨ ਗੁਰੂ ਗੁਰੂ ਸਤਿਗੁਰੂ ਪਾਂਦਾ, ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਗੁਰੂ ਪਾਂਦਾ ਟੀਚਰ ਹੈ, ਗੁਰੂ ਦਾ ਸੰਬੰਧ ਗਿਆਨ ਨਾਲ ਹੈ। ਇਹਦਾ ਅਰਥ ਵੀ ਇਹੀ ਹੈ ਸੰਸਕ੍ਰਿਤ ਦੇ ਵਿੱਚ। ਰੂ ਮੈਨੇ ਹਨੇਰਾ, ਰੂ ਮੈਨੇ ਨੂੰ ਖਾ ਜਾਣ ਵਾਲਾ ਪ੍ਰਕਾਸ਼। ਅਗਿਆਨਤਾ ਦੇ ਹਨੇਰੇ ਨੂੰ ਗਿਆਨ ਖਾ ਜਾਂਦਾ ਹੈ। ਗੂ ਤਮ ਤਨ ਅਗਿਆਨ ਅਚਿਤ ਅਨਿਤ, ਰੂ ਪ੍ਰਕਾਸ਼ ਕੀ ਉਜਨ ਚਿਤ। ਤੇ ਉਹਨੂੰ ਅਸੀਂ ਵਾਹ ਕਹਿ ਦਿੰਦੇ ਹਾਂ ਗੁਰੂ ਨੂੰ। ਵਾਹ ਨਾਮ ਅਸਚਰਜ ਕੋ ਹੋਈ, ਅਸਚਰਜ ਤੇ ਪਰ ਉਕਤ ਨਾ ਕੋਈ। ਵਾਹ ਮੈਨੇ ਅਦਭੁਤ। ਉਹ ਗੁਰੂ ਵਾਹ ਹੈ ਜਿਹੜਾ ਮੇਰੇ ਅੰਦਰ ਦੇ ਅਗਿਆਨਤਾ ਦੇ ਹਨੇਰੇ ਨੂੰ ਕੱਟ ਕੇ ਗਿਆਨ ਦੀ ਰੋਸ਼ਨੀ ਦੇ ਦਿੰਦਾ ਹੈ। ਗੂ ਤਮ ਤਨ ਅਗਿਆਨ ਅਨਿਤ, ਰੂ ਪ੍ਰਕਾਸ਼ ਕੀ ਉਜਨ ਚਿਤ। ਗੁਰੂ ਕਿਰਪਾ ਕਿਵੇਂ ਕਰਦੇ? ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ। ਕਿਰਪਾ ਕਰੇ ਪਿਆਰਿਆ। ਜਦੋਂ ਗੁਰੂ ਕਿਰਪਾ ਕਰਦਾ ਹੈ ਨਾ, ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ। ਆਇਆ ਗੁਰੂ ਦੀ ਕਿਰਪਾ, ਉਹ ਪਾਪਾਂ ਨੂੰ ਕੱਟ ਦਿੰਦਾ ਤੇ ਗਿਆਨ ਦਾ ਸੁਰਮਾ ਅੱਖਾਂ ਚ ਪਾ ਦਿੰਦਾ। ਰੱਬ ਦਿਸ ਜਾਂਦਾ ਹੈ, ਗਿਆਨ ਦਿੰਦਾ ਹੈ ਉਹ। ਗੁਰੂ ਦਾ ਸੰਬੰਧ ਗਿਆਨ ਨਾਲ। ਜਦੋਂ ਗੁਰੂ ਨੇ ਗਿਆਨ ਦੇ ਦਿੱਤਾ, ਗੁਰੂ ਦੀ ਕਿਰਪਾ ਹੋ ਗਈ। ਕਿੰਨੇ ਕੁ ਨੇ ਜਿਹੜੇ ਗੁਰੂ ਦਰ ਤੇ ਜਾ ਕੇ ਜਾਂ ਗੁਰਬਾਣੀ ਨੂੰ ਸਮਝ ਕੇ ਗੁਰੂ ਦੀ ਕਿਰਪਾ ਹਾਸਲ ਕਰ ਲੈਂਦੇ ਨੇ। ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚਾ ਸਵਾਰਿਆ। ਉਹਨਾਂ ਦਾ ਅੰਦਰੋਂ ਮੋਹ, ਅੰਦਰੋਂ ਅਟੈਚਮੈਂਟ ਟੁੱਟ ਜਾਂਦੀ ਹੈ। ਫਿਰ ਜਿੰਨਾ ਪਿਆਰ ਆਪਣੇ ਪੁੱਤਰ ਨੂੰ ਕਰਦੇ ਨੇ, ਗਵਾਂਢ ਦੇ ਬੱਚੇ ਨੂੰ ਵੀ ਨਹੀਂ ਕਰਦੇ। ਮੋਹ ਸੀਮਾ ਚ ਬੰਨ ਦਿੰਦਾ ਹੈ, ਪ੍ਰੇਮ ਸੀਮਾ ਨੂੰ ਤੋੜ ਦਿੰਦਾ ਹੈ। ਉਹਨਾਂ ਦੇ ਅੰਦਰ ਮੋਹ ਟੁੱਟ ਜਾਂਦਾ ਹੈ, ਪ੍ਰੇਮ ਪ੍ਰਗਟ ਹੋ ਜਾਂਦਾ ਹੈ। ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰੂ ਤੇ ਜਾਣੇ। ਇਹ ਹੈ ਗੁਰੂ ਪ੍ਰਸਾਦ, ਇਹ ਹੈ ਗੁਰੂ ਦੀ ਕਿਰਪਾ, ਗੁਰੂ ਦਾ ਗਿਆਨ ਲੈਣਾ। ਤੇ ਜਦੋਂ ਗੁਰੂ ਗਿਆਨ ਦਿੰਦਾ ਹੈ, ਆਖਦਾ ਰੱਬ ਤੱਕ ਪਹੁੰਚਣਾ ਹੀ, ਆਪ ਤੈਨੂੰ ਇੱਕ ਇੱਕ ਪੌੜੀ ਉੱਚਾ ਚੜਾਉਂਦਾ ਚਲਾ ਜਾਵਾਂ। ਕਿਵੇਂ? ਗੁਰੂ ਆਖਦਾ ਪ੍ਰਭੂ ਸੈਭੰ ਹੈ, ਉਹਦਾ ਸਵੈਮ ਤੋਂ ਪ੍ਰਕਾਸ਼ ਹੈ। ਉਹ ਆਪਣੇ ਸਹਾਰੇ ਖੜਿਆਂ ਨੂੰ ਕਿਸੇ ਸਹਾਰੇ ਦੀ ਲੋੜ ਨਹੀਂ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਤੇ ਮੈਂ ਕਹਿੰਦਾ ਵਾਂ ਕਿ ਰੱਬ ਸਹਿਬੰਗ ਹੈ, ਤੇ ਮੈਂ ਕੀ ਕਰਾਂ? ਹੋਏਗਾ ਸਹਿਬੰਗ। ਉਹਦਾ ਆਪਣੇ ਆਪ ਤੋਂ ਪ੍ਰਕਾਸ਼ ਹੈ, ਉਹਨੂੰ ਕਿਸੇ ਸਹਾਰੇ ਦੀ ਲੋੜ ਨਹੀਂ, ਆਪਣੇ ਸਹਾਰੇ ਖੜਾ। ਫਿਰ ਮੈਂ ਕੀ ਕਰਾਂ? ਮੈਨੂੰ ਕੀ ਲਾਭ ਹੋਇਆ? ਮੈਨੂੰ ਕੀ ਸਿੱਖਿਆ ਮਿਲੀ? ਗੁਰੂ ਆਖਦਾ ਤੂੰ ਰੱਬ ਨਹੀਂ ਬਣਨਾ। ਤੂੰ ਤਾਂ ਕਹਿੰਦਾ ਸੀ ਮੈਂ ਰੱਬ ਬਣਨਾ ਹੈ, ਮੈਂ ਰੱਬ ਦਾ ਰੂਪ ਹੋਣਾ ਹੈ। ਜੇ ਰੱਬ ਚ ਅਭੇਦ ਹੋਣਾ ਹੈ, ਤੇਰੇ ਚ ਰੱਬ ਵਾਲਾ ਗੁਣ ਤੇ ਹੋਵੇ। ਭਗਤ ਰੱਬ ਦਾ ਰੂਪ ਹੈ। ਕਿਉਂ ਰੂਪ ਹੈ? ਕਿਉਂਕਿ ਉਹਦੇ ਚ ਰੱਬ ਵਾਲੇ ਗੁਣ ਨੇ। ਅਸੀਂ ਭੱਟਾਂ ਦੇ ਸਵਈਆਂ ਚ ਇਹ ਪੜ੍ਹ ਕੇ ਗਏ ਹਾਂ, ਗੁਰੂ ਅਰਜੁਨ ਪ੍ਰਤੱਖਿਆ ਹਰ। ਕਿਉਂ ਪ੍ਰਤੱਖ ਹਰ ਨੇ? ਪ੍ਰਗਟ ਰੂਪ ਚ ਕਿਉਂ ਸਾਹਮਣੇ ਸਾਹਮਣੇ ਰੱਬ ਨੇ? ਕਿਉਂਕਿ ਉਹਨਾਂ ਚ ਰੱਬ ਵਾਲੇ ਗੁਣ ਨੇ। ਇਹ ਜੀਵ ਜੇ ਤੂੰ ਰੱਬ ਵਰਗਾ ਬਣਨਾ ਹੈ, ਰੱਬ ਪ੍ਰਗਟ ਕਰਨਾ ਜੀਵਨ ਵਿੱਚ, ਰੱਬ ਤੱਕ ਪਹੁੰਚਣਾ ਹੈ, ਤੇ ਘੱਟੋ ਘੱਟ ਰੱਬ ਦਾ ਗੁਣ ਧਾਰਨ ਕਰਨਾ ਪਏਗਾ। ਤੈਨੂੰ ਸਹਿਬੰਗ ਬਣਨਾ ਪਏਗਾ। ਤੂੰ ਵੀ ਆਪਣੇ ਸਹਾਰੇ ਖਲੋ। ਜੀਵ ਆਖਦਾ ਵੀ ਮੈਂ ਆਪਣੇ ਪੈਰਾਂ ਤੇ ਹੀ ਖੜਾ, ਆਪਣੇ ਸਹਾਰੇ। ਗੁਰੂ ਆਖਦਾ ਇਸ ਤਰ੍ਹਾਂ ਨਹੀਂ। ਸਹਿਬੰਗ ਦਾ ਮਤਲਬ ਇਹ ਹੈ ਆਪਣੇ ਸਹਾਰੇ ਖਲੋ, ਆਪਣੇ ਹੱਕ ਦੀ ਕਮਾਈ ਖਾ, ਕਿਸੇ ਦੂਜੇ ਦਾ ਹੱਕ ਨਾ ਮਾਰ। ਜੇ ਮੇਰੀ ਤਨਖਾਹ 3000 ਪਾਉਂਡ ਹੈ, ਪਰ ਮੇਰੇ ਘਰ 5000 ਪਾਉਂਡ ਆ ਰਿਹਾ ਹੈ, ਇਹਦਾ ਮਤਲਬ ਮੈਂ ਸਹਿਬੰਗ ਨਹੀਂ ਆ। ਸਿਰਫ ਸਹਿਬੰਗ ਦਾ ਪਾਠ ਰੋਜ਼ ਕਰ ਲੈਣਾ ਵਾ, ਪਰ ਬਣਿਆ ਨਹੀਂ ਹੈ ਸਹਿਬੰਗ। ਤਨਖਾਹ ਮੇਰੀ 3000 ਪਾਉਂਡ, ਘਰ ਆ ਰਿਹਾ 5000 ਪਾਉਂਡ, ਇਹਦਾ ਮਤਲਬ 2000 ਪਾਉਂਡ ਕਿਸੇ ਹੋਰ ਦਾ ਆ ਰਿਹਾ ਹੈ, ਜਿਹੜਾ ਮੇਰਾ ਨਹੀਂ ਸੀ, ਜਿਹੜਾ ਕਿਸੇ ਹੋਰ ਨੂੰ ਮਿਲਣਾ ਚਾਹੀਦਾ ਸੀ, ਉਹਦਾ ਹੱਕ ਸੀ। ਜੇ ਮੇਰੇ ਘਰ ਵਿੱਚ ਆ ਰਿਹਾ, ਮੈਂ ਫਿਰ ਸਹਿਬੰਗ ਦਾ ਪਾਠ ਜ਼ਰੂਰ ਕਰਦਾ ਰੋਜ਼। ਸਹਿਬੰਗ ਬਣਿਆ ਨਹੀਂ ਆ। ਸਹਿਬੰਗ ਬਣਨ ਵਾਸਤੇ
ਮੈਨੂੰ ਆਪਣੇ ਹੱਕ ਦੀ ਕਮਾਈ ਖਾਣੀ ਪਏਗੀ। ਗੁਰੂ ਨੇ ਕਿਹਾ ਸੀ ਹੱਕ ਪਰਾਇਆ ਨਾਨਕਾ ਉਹ ਸੂਰ ਉਸਗਾਏ। ਤੂੰ ਕਹਿੰਦਾ ਮੈਂ ਤੇ ਵੈਜੀਟੇਰੀਅਨ ਆ ਪਿਓਰ, ਜਦੋਂ ਕਿਸੇ ਗਰੀਬ ਦਾ ਹੱਕ ਲੈ ਕੇ ਘਰ ਖਾਣਾ ਹੈ ਨਾ, ਤੇਰੇ ਵਰਗਾ ਫਿਰ ਮਾਸਾਹਾਰੀ ਕੋਈ ਨਹੀਂ ਹੁੰਦਾ। ਕਿਉਂਕਿ ਹੱਕ ਪਰਾਇਆ ਨਾਨਕਾ ਉਹ ਸੂਰ ਉਸਗਾਏ। ਜਦੋਂ ਝੂਠ ਬੋਲਦਾ ਉਦੋਂ ਮਾਂਸ ਹੀ ਖਾ ਰਿਹਾ ਤੂੰ। ਕੂੜ ਬੋਲ ਮੁਰਦਾਰ ਖਾਏ। ਕਹਿੰਦਾ ਮੈਂ ਤੇ ਅੰਡੇ ਦੇ ਨੇੜੇ ਨਹੀਂ ਜਾਂਦਾ, ਜਦੋਂ ਝੂਠ ਬੋਲਦਾ ਕਿੰਨਾ ਮਾਂਸ ਖਾਣਾ, ਮੁਰਦਾ ਖਾਈ ਜਾਂਦਾ। ਸਤਿਗੁਰੂ ਪਾਤਸ਼ਾਹ ਕਹਿੰਦਾ ਕਿ ਸੈਵੰਗ ਹੋ, ਆਪਣੇ ਸਾਰੇ ਖਲੋ, ਕਿਸੇ ਗਰੀਬ ਦਾ ਹੱਕ ਨਾ ਮਾਰੀ। ਤਾਂ ਹੀ ਗੁਰੂ ਨਾਨਕ ਸਾਹਿਬ ਜੀ ਦੇ 3 ਅਸੂਲਾਂ ਦੇ ਵਿੱਚ ਇੱਕ ਅਸੂਲ ਹੈ ਕਿਰਤ ਕਰੋ। ਇਹਦਾ ਮਤਲਬ ਕਿਰਤ ਕਰੋ ਕੱਲਾ ਨਹੀਂ, ਸੱਚੀ ਸੁੱਚੀ ਕਿਰਤ ਕਰੋ, ਹੱਕ ਦੀ ਕਮਾਈ ਕਰ ਲੈ ਕੇ ਆਓ। ਇਹਨਾਂ ਦੇਸ਼ਾਂ ਦੇ ਵਿੱਚ ਕਿਸੇ ਨੂੰ ਬੈਕ ਪ੍ਰੋਬਲਮ ਹੋਵੇ ਤੇ ਉਹਨੂੰ ਗਵਰਨਮੈਂਟ ਵੱਲੋਂ ਬੈਨੀਫਿਟ ਮਿਲ ਜਾਂਦੇ ਨੇ। ਹੁਣ ਮੈਨੂੰ ਬੈਕ ਪ੍ਰੋਬਲਮ ਨਹੀਂ ਹੈ, ਪਰ ਮੈਂ ਗਵਰਨਮੈਂਟ ਨੂੰ ਝੂਠ ਬੋਲ ਕੇ ਬੈਨੀਫਿਟ ਲੈ ਰਿਹਾ, ਇਹਦਾ ਮਤਲਬ ਮੈਂ ਸੈਵੰਗ ਨਹੀਂ ਆ। ਜਿਹਨੂੰ ਇਹ ਪ੍ਰੋਬਲਮ ਸੀ, ਇਹ ਹੱਕ, ਇਹ ਬੈਨੀਫਿਟ ਉਹਨੂੰ ਮਿਲਣਾ ਚਾਹੀਦਾ ਸੀ, ਪਰ ਮੈਂ ਉਹਦੇ ਮੋਢਿਆਂ ਤੇ ਖੜਾ ਵਾਂ। ਮੈਂ ਆਪਣੇ ਪੈਰਾਂ ਤੇ ਨਹੀਂ, ਆਪਣੇ ਸਾਰੇ ਨਹੀਂ ਖੜਾ, ਮੈਂ ਉਸ ਰੋਗੀ ਦੇ ਮੋਢਿਆਂ ਤੇ ਖੜਾ, ਉਸ ਅਪਾਹਜ, ਉਸ ਹੈਂਡੀਕੈਪਟ ਦੇ ਮੋਢਿਆਂ ਤੇ ਖੜਾ, ਜਿਹਨੂੰ ਇਹ ਹੱਕ ਮਿਲਣਾ ਚਾਹੀਦਾ ਸੀ। ਮੈਂ ਸੈਵੰਗ ਪੜ੍ਹਦਾ ਹਾਂ, ਬਣਿਆ ਨਹੀਂ। ਮੈਨੂੰ ਪਤਾ ਲੱਗ ਜਾਂਦੇ ਵੀ ਕਿ ਜਿਹੜੇ ਹੈਂਡੀਕੈਪਟ ਲੋਕ ਨੇ ਉਹਨਾਂ ਨੂੰ ਡਿਸੇਬਲ ਬੈਜ ਮਿਲ ਜਾਂਦੇ ਨੇ, ਉਹ ਜਿੱਥੇ ਮਰਜ਼ੀ ਗੱਡੀ ਖੜੀ ਕਰ ਸਕਦੇ ਨੇ। ਮੈਂ ਝੂਠ ਬੋਲ ਕੇ ਡਿਸੇਬਲ ਬੈਜ ਲੈ ਲੈਣਾ ਵਾ, ਤਾਂ ਕਿ ਜਿੱਥੇ ਵੀ ਜਾਵਾਂ ਮੈਨੂੰ ਪਾਰਕਿੰਗ ਦੇ ਪੈਸੇ ਨਾ ਪੇ ਕਰਨੇ ਪੈਣ। ਮੈਂ ਬਸ ਉਹ ਡਿਸੇਬਲ ਬੈਜ ਸਾਹਮਣੇ ਡਿਸਪਲੇ ਕਰਕੇ ਮੈਂ ਗੱਡੀ ਲਾ ਲਵਾਂ। ਡਿਸਪਲੇ ਵਾਲੀ ਜਿਹੜੇ ਹੈਂਡੀਕੈਪਟ ਲੋਕ ਨੇ ਉਹਨਾਂ ਡਿਸੇਬਲ ਪਾਰਕਿੰਗ ਦੇ ਵਿੱਚ ਮੈਂ ਆਪਣੀ ਗੱਡੀ ਪਾਰਕ ਕਰ ਲਵਾਂ। ਇਹਦਾ ਮਤਲਬ ਮੈਂ ਗੁਰੂ ਨਾਨਕ ਦੀ ਸਿੱਖੀ ਕਮਾਈ ਨਹੀਂ, ਕਿਉਂਕਿ ਮੈਂ ਸੈਵੰਗ ਕਹਿੰਦਾ ਵਾਂ, ਬਣਿਆ ਨਹੀਂ ਆ। ਮੈਂ ਉਸ ਡਿਸੇਬਲ ਪਾਰਕਿੰਗ ਦਾ ਉਹ ਹੱਕ ਲੈ ਰਿਹਾ ਜਿਹੜਾ ਕਿਸੇ ਹੈਂਡੀਕੈਪ ਨੂੰ ਮਿਲਣਾ ਚਾਹੀਦਾ ਸੀ, ਉਹਦਾ ਹੱਕ ਤੇ ਮੈਂ ਖੋ ਰਿਹਾ ਵਾਂ, ਝੂਠ ਬੋਲ ਕੇ ਲੈ ਰਿਹਾ। ਮੈਂ ਪੜ੍ਹਦਾ ਹਾਂ, ਮੈਂ ਸੈਵੰਗ ਰੋਜ਼ ਪੜ੍ਹਦਾ, ਪਰ ਜ਼ਿੰਦਗੀ 'ਚ ਇਹਦੀ ਕਮਾਈ ਨਹੀਂ ਕਰ ਰਿਹਾ। ਮੈਂ ਇਹਨੂੰ ਕਹਿੰਦੇ ਨੇ ਕਮਾਈ ਕਰਨੀ, ਸਾਦਾ ਵਾਲੀ ਕਮਾਈ ਨਹੀਂ ਕਿ ਅੱਖਾਂ ਬੰਦ ਕਰਕੇ ਭੋਰਿਆਂ 'ਚ ਬੈਠ ਕੇ ਮਾਲਾ ਫੇੜ ਕੇ ਮੰਤਰ ਜਾਪ ਕਰਨੇ। ਬਾਬਾ ਜੀ ਬੜੀ ਕਮਾਈ ਵਾਲੇ ਨੇ, ਉਹਨਾਂ ਨੇ ਕੋਈ ਜੁੱਤੀਆਂ ਦੀ ਦੁਕਾਨ ਨਹੀਂ ਖੋਲੀ ਵੀ ਬੜੀ ਕਮਾਈ ਕਰ ਰਹੇ ਨੇ, ਨਾ ਉਹਨਾਂ ਨੇ ਆਲੂ ਬੈਂਗਣ ਦੀ ਰੇਹੜੀ ਲਾਈ ਹੋਈ ਹੈ ਵੀ ਉਹ ਕਮਾਈ ਕਰ ਰਹੇ ਨੇ। ਇਹ ਕਮਾਈ ਥੋੜੇ ਹੈ, ਕਮਾਈ ਇਹਨੂੰ ਕਹਿੰਦੇ ਨੇ ਗੁਰਬਾਣੀ ਨੂੰ ਪ੍ਰੈਕਟੀਕਲ ਜੀਣਾ, ਆਇਆ ਕਮਾਈ। ਕਿੰਨੇ ਕੁ ਲੋਕ ਇਹ ਕਮਾਈ ਕਰ ਰਹੇ ਨੇ? ਬਾਬਾ ਜੀ ਆਪ ਲੋਕਾਂ ਤੋਂ ਮੰਗ ਕੇ ਖਾਂਦੇ ਨੇ। ਕਮਾਈ ਤੇ ਗਰੀਬ ਕਿਰਤੀ ਸਿੱਖ ਕਰਦਾ ਹੈ ਜਦੋਂ ਗੁਰੂ ਕੀ ਬਾਣੀ ਨੂੰ ਆਪਣੇ ਜੀਵਨ ਵਿੱਚ ਅਮਲੀ ਰੂਪ ਚ ਪ੍ਰਗਟ ਕਰਦਾ ਹੈ, ਹੱਕ ਦੀ ਕਮਾਈ ਕਰ ਲੈ ਕੇ ਆਂਦਾ ਹੈ। ਉਹ ਹੈ ਸੈਵੰਗ ਦੀ ਕਮਾਈ ਕਰਨ ਵਾਲਾ। ਸੈਵੰਗ ਮੈਨੇ ਜਿਹੜਾ ਆਪਣੇ ਸਾਰੇ ਖੜੇ, ਜਿਸ ਦਿਨ ਗੁਰੂ ਆਖਦੇ ਜਿਸ ਦਿਨ ਤੂੰ ਆਪਣੇ ਹੱਕ ਦੀ ਕਮਾਈ ਕਰੇਗਾ ਨਾ, ਆਪਣੇ ਹੱਕ ਦੀ ਚੀਜ਼ ਕਰ ਲੈ ਕੇ ਆਏਗਾ, ਉਸ ਦਿਨ ਤੂੰ ਸੈਵੰਗ ਹੋ ਜਾਏਗਾ। ਆਹ ਹੈ ਗੁਰਮਤਿ ਦਾ ਸਿਧਾਂਤ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਆਇਆ ਸੈਵੰਗ। ਗੁਰੂ ਨੇ ਕਿਹਾ ਆਤ ਨੂੰ ਇੱਕ ਪੌੜੀ ਹੋਰ ਉੱਚਾ ਚੁੱਕ ਦੇਵਾ। ਰੱਬ ਹੈ ਅਜੂਨੀ। ਮੈਂ ਕਹਿੰਦਾ ਹੋਏਗਾ ਰੱਬ ਅਜੂਨੀ, ਉਹ ਜੂਨਾ ਚ ਨਹੀਂ ਆਉਂਦਾ, ਮੈਂ ਕੀ ਕਰਾਂ? ਮੈਂ ਤੇ ਜੂਨਾ ਭੋਗਦਾ ਫਿਰਦਾ। ਰੱਬ ਅਜੂਨੀ ਤੇ ਮੈਨੂੰ ਕੀ ਲਾਭ ਹੈ ਅਜੂਨੀ ਹੋਣ ਦਾ? ਮੈਂ ਤੇ ਹਰ ਪਲ ਜੂਨਾ ਭੋਗਦਾ, ਕਿਸੇ ਗਰੀਬ ਦਾ ਹੱਕ ਮਾਰਦਾ। ਮੈਂ ਸ਼ੇਰ ਬਘਿਆੜ ਬਣ ਜਾਂਦਾ ਵਾ, ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚੱਕਰ ਨਹਿੰਦਾ ਪਾਇਨ ਘਾਓ, ਰਤ ਪਿੱਤ ਕੁੱਤੇ ਚੜ ਜਾਓ। ਜਦੋਂ ਮੈਂ ਲਾਲਚ ਕਰਦਾ, ਮੈਂ ਕੁੱਤੇ ਦੀ ਜੂਨ ਵਿੱਚ ਆ ਜਾਣਾ। ਜਿਉਂ ਕੁੱਕਰ ਹਰਕਾਇਆ ਤਾਵੈ ਦੇ ਦਿਸ ਜਾਏ, ਲੋਭੀ ਜੰਤ ਨਾ ਜਾਣਈ, ਭੱਖ ਭੱਖ ਸਭ ਖਾਏ। ਜਦੋਂ ਮੈਂ ਜਿਉਂਦੇ ਦੀ ਧਨ ਤੇ ਕੁੰਡਲੀ ਮਾਰ ਕੇ ਬਹਿ ਜਾਣਾ, ਮੈਂ ਸੱਪ ਹੋ ਜਾਣਾ ਵਾ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰ ਜਾਰੀ, ਨਵ ਖੰਡਨ ਕੋ ਰਾਜ ਕਮਾਵੇ। ਮੈਂ ਰਾਜ ਭਾਗ ਤੇ ਕੁੰਡਲੀ ਮਾਰ ਲੈ, ਸੱਪ ਹੋ ਜਾਣਾ। ਜਦੋਂ ਮੈਂ ਹੰਕਾਰ ਕਰਦਾ, ਮੈਂ ਹਾਥੀ ਦੀ ਜੂਨ ਵਿੱਚ ਆ ਜਾਣਾ। ਮਨ ਤੋਂ ਮੈਗਲ ਹੋਏ ਰਿਓ ਨਿਕਸੇ ਕਿਉਂ ਕਰ ਜਾਏ। ਜਦੋਂ ਮੈਂ ਨਿੰਦਿਆ ਚੁਗਲੀ ਦੀ ਗੰਦਗੀ ਖਾਣਾ, ਮੈਂ ਸੂਰ ਬਣ ਜਾਂਦਾ ਵਾ। ਮੈਂ ਜੂਨਾ ਭੋਗ ਰਿਹਾ ਵਾਂ, ਔਰ ਪਲ ਪਲ ਜੂਨਾ ਭੋਗਦਾ ਵਾਂ। ਕਦੀ ਮੈਂ ਕਿਸ ਜੂਨ ਚ, ਮੈਂ ਬੜੀ ਗੁਰਬਾਣੀ ਦੇ ਅਰਥ ਜਾਣਦਾ ਵਾਂ, ਪਰ ਗਧੇ ਦੀ ਤਰ੍ਹਾਂ ਗਿਆਨ ਦਾ ਭਾਰ ਤੇ ਢੋਈ ਜਾਣਾ, ਉਹਦੀ ਸੁਗੰਧ ਹੀ ਨਹੀਂ ਲੈ ਰਿਹਾ।
वेद पुराण पढ़े का क्या गुण, खर चंदन जस भारा, राम नाम की गत नहीं जानी, कैसे उतर सपारा। जिंदगी दे विच मैं पशुआं वांगू जी रहा वां। इनू कहंदे ने करतूत पशु की मानस जात। शरीर मनुखा वाला, काम पशुआं वाले ने, मनुख ते बने ही नहीं। साडी 25% जिंदगी मिट्टी पत्थर पानी च गुजर जाती है। साडी 25% जिंदगी पेड़ पौधे वनस्पति के रूप च गुजर जाती है, ते साडी 25% जिंदगी पशुआं पंछियां के रूप च गुजर जाती है। मनुखा वाले 25% ते आए नहीं, संपूर्ण किद्दां होवांगे? 25% मिट्टी पत्थर पानी च मेरी जिंदगी गुजर जाती है। किवें? सवेरे उठिया, इशनान किया, शरीर की मिट्टी मैल लाई, पानी नाल धोता, अपने फर्शां नूं पत्थरां नूं धोता, सफाई की, पानी दे नाल मिट्टी बाहर कड्ढी, साफ सफाई दे विच 25% जिंदगी गुजर गई मिट्टी पत्थर पानी वाली। इस तरह जिंदगी गुजर गई। अगली जिहड़ी जिंदगी है पशुआं पंछियां वाली, वनस्पति वाली, 25-25% होवे। वनस्पति की तरह, पेड़ पौधों की तरह मेरी 25% जिंदगी गुजर गई। पेड़ पौधे की ने? सवेर हुई फुल खिड़ गया, शाम हुई फुल मुरझा गया। मैं भी कभी सवेर हुई ताड़ी मार के ठाका मार के हसिया, फुल की तरह खिड़ गया। जरा कुछ ना दुख आया, मुसीबत आई, धाहा मार के रोन लग पिया, मुरझा गया, दुखी हो गया। कभी मैं खिड़ जाना, कभी मुरझा जाना वा। कभी सुख मैनू प्रभावित कर जाता है, कभी दुख कर जाता है। वनस्पति वांगू मेरी जिंदगी है। 25% मेरी जिंदगी पशुआं पंछियां वर्गी गुजर जाती है। उन्हां दी जिंदगी की है? पशु जिहड़ा है, पशु ने बच्चे नूं जन्म दिता, पशु का बच्चा जम्मिया, उन्हें दुध पीता, वह वड्डा होया, कभी बीमार हो गया, कभी राजी हो गया, अगों ओहदे बच्चे होए, अखीर ते उन्हें अपनी उम्र भोग ली, दुनिया तो चला गया। मेरे ते पशु की जिंदगी च कोई फर्क नहीं। मैं भी पैदा होया, मैं भी दुध पीता, मैं भी बड़ा होया, मैं भी कभी बीमार होया, कभी मैं राजी हो गया, और मेरे भी बच्चे हुए, मैं उन्हें भी संभाल की थी। एक समय आया मेरे साह मुक गए, मैं भी दुनिया तो चला गया। मेरे तो इस पशु च की फर्क है? कोई फर्क नहीं। गुरमत सुन कछ ज्ञान ना उपजियो, पशु जियो उदर परो। ਇਹਦਾ मतलब गुरमत सुनी सी, ਇਹਨੇ भी नहीं सुनी सी। गुरमत सुनी सी पर ज्ञान नहीं पैदा होया। गुरमत सुन कछ ज्ञान ना उपजियो, पशु जी उधर परो। पशु वांगू खा हड़ा दुनिया तो चला गया। जिवें पशु खा हड़ा चले जाते हैं, ये भी तुर जाता है खा के। मेरे ते इस पशु च फर्क कोई नहीं। वो भी पल पुस के वड्डे होके वो भी मुक जाते हैं। मैं भी वड्डा हो जाना, मैं भी बच्चों पाल लेना, मैं भी मुक जाना। मैं कहना जी मैं तो जी अपने बच्चों लिए रोटी का प्रबंध करदा। हुण मैं कोई नवा काम नहीं कर रहा। एक काम तो एक छोटी जिन्नी चिड़ी भी कर लेंदी है। वो उड़ के जाती बड़ी मेहनत के नाल, कितों दाना चोगा लभ के लियाती, चुग के लिया के अपने बोटां दे मूँह च पांदी है। फिर उड़ के जाती, फिर एक दाना कितों चोगा लभ के लैके आती, अपने बोटां दे मूँह च पांदी है। मेरे ते चिड़ी च की फर्क है? मैं भी बच्चों की रोटी का प्रबंध करदा, एक चिड़ी भी कर लेगी। मैं कहना जी नहीं, मैं तो जी अपने बच्चों लिए घर बनाया है। हुण ये काम तो चिड़ी भी कर रही है। उड़ के जाती, किते तिनका लभ के लैके आती है, टाणी ते रख देंदी है। फिर उड़ के जाती, एक दूजा तिनका लभ के लियाती है, वो टाणी ते रख देंदी है। कितना हार्डवर्क करती है वो, तिनका तिनका चुग चुग के इकट्ठा कर करके अपना घर बना लेंदी है। जिहड़ा काम चिड़ी दा है वो काम मेरा है। मेरे तो चिड़ी च फर्क की है? 25% जिंदगी मिट्टी पत्थर पानी च गुजर जाती है। चाहिए भी साफ सफाई नहीं होवे, इशनान होवे, साफ सफाई होवे, जिंदगी नाल जुड़ियां चीजां ने। 25% वनस्पति वर्गी जिंदगी, सुख दुख जिंदगी च आंदे ने, इहदे तो बिना जीवन नहीं है। सुख दुख दोएदार कपड़े पहरे जाए मनुख। 25% पशु पंछियां वाली जिंदगी है। मैनू किसी ने पाल पोस के बड़ा किया है, अगों मैं भी किसी ने पाल पोस के बड़ा करना है। मेरे फर्ज ने इस समाज के प्रति, परिवार के प्रति, इस संसार के प्रति। पर मनुखा वाले 25% काम मैं किए नहीं। मैं स्वार्थी हाँ, सिर्फ अपने बच्चों बारे सोचा, गवांढी के बच्चे बारे कभी नहीं सोचा। मेरी मां तो मां है, पर गवांढी की मां मेरी मां नहीं है। जो मैं पता लगता है गवांढी की मां बीमार है, मैं सुन के तुर जाना अपने काम के लिए। मैं नहीं पूछता भी गवांढी की मां बीमार है, वो इलाज का कोई प्रबंध किया।
मैं सैल्फिश हो जाना, मैं इंसान नहीं रहता, मैं पशु तक ही सीमित रहना। जिवें पशु पंछी अपने बच्चों तक सीमित ने, मैं अपने परिवार तक सीमित। मनुखा वाली सोच ते जे पैदा ही नहीं हुई। इन्हू कहते ने करतूत पशु की मानस जात, जूना ते मैं भोग ही रहा। इंसाना वाला अज कम आया ही नहीं। इंसान अज बनया नहीं आ। अजे सोच जी पशुओं वाली बन रही है। यही मेरी मेरी जूना ने। मेरा घर अपना है, मैं स्वार्थी है ना। ये मेरे बच्चे अपने ने, मैं स्वार्थी हाँ। मेरा शरीर अपने, मैं स्वार्थी हाँ। ये मेरे अपने, यही मेरे जूना ने। मन तन थाप किया सब अपना, एहो आवन जाना। यही तो पशुओं वाली वृत्ति है। यही तो पशुओं वाली जूना ने। स्वार्थी होके जीना, सेल्फिश होके जीना। मन तन थाप किया सब अपना, एहो आवन जाना। ये मेरा आवागमन है। गुरु ज्ञान नहीं मेरे को, मैं पशुओं वाली जिंदगी जी रहा हाँ। गुरु मंत्र हिण से जो प्राणी त्रिगंत जन्म प्रश्न कुकरें सुकरें गर्दबे काकें सर्पने तुल खले। ते मनुख किस दिन बनागा? गुर सेवा ते भगत कमाई, ताबे मानस दे ही पाई। हुण इहदा अर्थ ये नहीं कि पशुओं ने गुरु की सेवा ते भगती की फिर वो मनुखा शरीर उन्होंने मिलिया। कुत्ता गुरुद्वारे गुरु की सेवा करना है, तुम करन दोगे? तुम डंडा मार के भजा दोगे बेचारे नूं? कभी देखिया मझ ने चौंकड़ा मारिया हो, मझ भगती कर रही हो? मनुख जिस दिन तू गुरु की सेवा गुरु की भगती करेगा, उदण मनुख बनेगा तू। गुरु सेवा ते भगत कमाई, ताबे मानस दे ही पाई। मनुख का जन्म गुरु के घर विच हुंदा है, उस तो पहला असीं पशु ही हां। सतगुर कै जन्मे गवन मिटाया। जिस दिन गुरु के घर जन्म लवांगे, साडी पशुओं वाले आवागमन मुक जाणगे। साध संग भयो जन्म प्राप्त, कर सेवा भज हर हर गुरमत। गुरु की मत लै लई, तेरा साध संगत गुरु की संगत च तेरा मनुख रूप च जन्म हो जाएगा। उदण जन्म होएगा जिदन गुरु की मत तेरे को आएगी। साध संग भयो जन्म प्राप्त, कर सेवा भज हर हर गुरमत। उस दिन, जिस दिन फिर मैं निंदिया चुगली नहीं करांगा, मैं सूर नहीं बनागा, मैं लालच नहीं करांगा तो मैं कुत्ते की जून च नहीं आवांगा, हंकार नहीं करांगा मैं हाथी नहीं बनागा। जिस दिन मैं अपनी जिंदगी दे विच किसी गरीब का हक नहीं मारांगा, शेर बघियाड़ नहीं बनागा, धन पदार्थां ते नजायज कब्जा करके नहीं बैठांगा, मैं सप नहीं बनागा, उस दिन मेरी पशु वृत्तियां खत्म हो जाएगियां। पशु वृत्तियां वाले स्वभाव मुक जाएंगे, मेरा आवागमन कटिया जाएगा, मैं अजूनी हो जावांगा। अजूनी, रब अजूनी है। रब वर्गा बनना, तेनू भी पशुओं वाली वृत्तियां, पशुओं वाली जूना त्याग देनियां पैणगियां। गुरु ने कहा एक पौड़ी तेन उच्चा होर चुक देना होगा, तो रब तक पहुंचना ही, रब वर्गा बनना ही, रब च अपील होना ही, रब वाले गुण धारण कर ले। प्रभु है अकाल मूरत, काल तो रहत मौत तो रहत, उहदी मौत का असर नहीं, वो कभी मरदा नहीं है। मैं अपने गुरु जी नूं कहना, गुरु जी फिर मैनू की लाभ होया? मैं ते मर जाना, मैं रब कभी मरदा नहीं, मैनू की लाभ? मैं तो रोज ही मरदा हाँ। बल्कि जो मैं सच बोलदा मैं जीव उठदा वा, जो झूठ बोलदा मैं मर जाना वा। जो मैं सिफत करदा वा मैं जी पैना वा, जो निंदा करदा मेरी मौत हो जाती है। जो मैं अपने हक की सच्ची सुच्ची कमाई कर लैके आना, मेरी जमीर जिउंदी हो जाती है। जो किसी गरीब का हक मार के कर लैके आना, मेरी जमीर मर जाती है। जो रब नूं याद करदा मैं जी पैना, जो रब भुल जाता मेरी मौत हो जाती है। आखा जीवा विसरे मर जाऊं, जो रब चेते आ जाता मैं जी पैना, जो भुल जाता मैं मर जाता। और रोज ही प्रभु की याद नूं भुला के मैं मरी जाना, जमी जाना, मरी जाना। जिसे भुलाए आप मर मर जमै नित, जिन्होंने मनुख आप भुला दिंदा है, रब नूं भुला दिंदा है, आप ही रोज जमदा मरदा है। रब्बी नियमां दे विच रब जिन्हों भुला दे, वो जमदा मरदा है। उहदे नियमां दे अधीन रह के
ਜਿਹੜਾ ਸੂਰਜ ਵੱਲ ਪਿੱਠ ਕਰ ਲੈਂਦਾ ਹੈ, ਸੂਰਜ ਨੂੰ ਰੋਸ਼ਨੀ ਨਹੀਂ ਦਿੰਦਾ। ਇਹ ਨਹੀਂ ਕਿ ਸੂਰਜ ਦਾ ਦੋਸ਼ ਹੈ, ਉਹ ਤੇ ਦੇ ਹੀ ਰਿਹਾ ਸੀ, ਪਿੱਠ ਤੂੰ ਕਰਕੇ ਬੈਠਾ। ਰੋਜ਼ ਜੰਮਦਾ ਮਰਦਾ, ਤੁਧ ਚਿਤ ਆਏ ਮਹਾ ਆਨੰਦਾ, ਜਿਸ ਵਿਸਰੈ ਸੋ ਮਰ ਜਾਏ। ਉਹ ਰੋਜ਼ ਹੀ ਜਿਸਨੇ ਭੁਲਾਏ ਆਪ ਮਰ ਮਰ ਜੰਮੈ ਨਿਤ, ਰੋਜ਼। ਹਾਂ, ਜਦੋਂ ਗੁਰੂ ਨੇ ਮੈਨੂੰ ਗਿਆਨ ਦਿੱਤਾ, ਸਤਿਗੁਰੂ ਕਿਆ ਜਨਮੈ ਗਵਨ ਮਿਟਾਇਆ। ਮੇਰੇ ਪਸ਼ੂਆਂ ਵਾਲੇ ਜਦੋਂ ਗਵਨ ਮੁੱਕ ਜਾਂਦੇ ਨੇ, ਉਦੋਂ ਫਿਰ ਸਤ ਸੰਤੋਖ ਦਇਆ ਧਰਮ ਧੀਰਜ ਗਿਆਨ ਵਿਰਾਗ ਨਿਮਰਤਾ ਨਿਰਮਾਣਤਾ ਨਿਸ਼ਕਾਮਤਾ ਨੇਕ ਨੀਤੀ ਸੱਚਾਈ ਇਮਾਨਦਾਰੀ ਸੇਵਾ ਸਿਮਰਨ ਆਦਿ ਗੁਣ ਜਿਹੜੇ ਨੇ, ਇਹ ਸਾਰੇ ਮੇਰੀ ਜ਼ਿੰਦਗੀ 'ਚ ਆ ਜਾਂਦੇ ਨੇ। ਗੁਰੂ ਦਾ ਦਿੱਤਾ ਗਿਆਨ ਮੈਨੂੰ ਮਰਨ ਨਹੀਂ ਦਿੰਦਾ। ਗੁਰੂ ਦੇ ਦਿੱਤੇ, ਪ੍ਰਭੂ ਦੇ ਦਿੱਤੇ ਹੋਏ ਰੱਬੀ ਗੁਣ ਗੁਰੂ ਵੱਲੋਂ ਦਿੱਤੇ ਹੋਏ ਮੈਨੂੰ ਮਰਨ ਨਹੀਂ ਦਿੰਦੇ। ਇੱਕ ਬੂੰਦ, ਸਿਰਫ ਇੱਕ ਬੂੰਦ ਰੱਬ ਦੇ ਗਿਆਨ, ਗੁਰੂ ਦੇ ਗਿਆਨ ਦੀ, ਗੁਰੂ ਦੇ ਗਿਆਨ ਦੀ ਇੱਕ ਬੂੰਦ ਮੇਰੀ ਜ਼ਿੰਦਗੀ ਨੂੰ ਬਦਲ ਦਿੰਦੀ ਹੈ। ਇੱਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾ ਮੂਆ। ਅਮਰ ਹੋ ਜਾਂਦਾ ਹੈ, ਮਰਦਾ ਹੀ ਨਹੀਂ ਹੈ। ਫਿਰ ਗੁਰੂ ਦਾ ਗਿਆਨ ਮੈਨੂੰ, ਮੇਰੀ ਜ਼ਮੀਰ ਨੂੰ ਮਰਨ ਨਹੀਂ ਦਿੰਦਾ। ਫਿਰ ਮੈਂ ਕਿਸੇ ਦਾ ਹੱਕ ਨਹੀਂ ਮਾਰਦਾ, ਕਿਸੇ ਦੀ ਨਿੰਦਾ ਨਹੀਂ ਕਰਦਾ, ਝੂਠ ਨਹੀਂ ਬੋਲਦਾ, ਬੇਈਮਾਨੀ ਨਹੀਂ ਕਰਦਾ। ਮੇਰੀ ਜ਼ਮੀਰ ਮਰਦੀ ਨਹੀਂ ਹੈ। ਮੈਨੂੰ ਹਰ ਪਲ ਰੱਬ ਯਾਦ ਰਹਿੰਦਾ ਹੈ, ਮੈਂ ਮਰਦਾ ਹੀ ਨਹੀਂ ਹਾਂ। ਉਹਦੀ ਯਾਦ ਵਿੱਚ ਜਿਉਂਦਾ ਹਾਂ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਮੈਂ ਵੀ ਅਕਾਲ ਦਾ ਰੂਪ ਹੋ ਜਾਣਾ। ਰੱਬ ਅਕਾਲ ਮੂਰਤ ਹੈ, ਮੇਰੀ ਹੋਂਦ ਉਹਦੇ ਵਿੱਚ ਸਮਾ ਜਾਂਦੀ ਹੈ। ਗੁਰੂ ਨੇ ਕਿਹਾ ਤੂੰ ਇੱਕ ਓਂਕਾਰ ਤੱਕ, ਰੱਬ ਤੱਕ ਪਹੁੰਚਣਾ ਹੈ। ਆ ਤੈਨੂੰ ਇੱਕ ਪੌੜੀ ਉੱਚਾ ਹੋਰ ਚੁੱਕਦੇ ਆ, ਪ੍ਰਭੂ ਹੈ ਨਿਰਵੈਰ। ਫਿਰ ਜੀ ਮੈਂ ਕੀ ਕਰਾਂ, ਹੋਏਗਾ ਰੱਬ ਨਿਰਵੈਰ। ਗੁਰੂ ਆਖਦਾ ਜੇ ਤੂੰ ਨਿਰਵੈਰ ਬਣਨਾ ਹੀ, ਰੱਬ ਵਰਗਾ ਬਣਨਾ ਹੀ, ਤੇ ਤੈਨੂੰ ਨਿਰਵੈਰ ਦਾ ਗੁਣ ਧਾਰਨਾ ਪੈਣਾ। ਮੈਨੂੰ ਨਿਰਵੈਰ ਰੱਬ ਦਾ ਰੂਪ ਹੋਣ ਵਾਸਤੇ ਸਾਰੇ ਵੈਰ ਵਿਰੋਧ ਤਿਆਗਣੇ ਪੈਣਗੇ। ਮੇਰਾ ਜੀਵਨ ਤੇ ਦੁਸ਼ਮਣੀਆਂ ਨਾਲ ਭਰਿਆ ਹੋਇਆ। ਕੁਝ ਰਿਸ਼ਤੇਦਾਰ ਮੇਰੇ ਦੁਸ਼ਮਣ ਨੇ, ਕੁਝ ਗਵਾਂਢੀ ਮੇਰੇ ਦੁਸ਼ਮਣ ਨੇ, ਕੁਝ ਮੇਰੀ ਜਾਤ ਬਰਾਦਰੀ ਤੋਂ ਜਿਹੜੇ ਵੱਖਰੇ ਨੇ ਉਹ ਮੇਰੇ ਦੁਸ਼ਮਣ ਨੇ, ਕੁਝ ਮੇਰੀ ਸੰਪਰਦਾ ਨਾਲੋਂ ਵੱਖਰੇ ਜਿਹੜੇ ਨੇ ਉਹ ਮੇਰੇ ਦੁਸ਼ਮਣ ਬਣੇ ਹੋਏ ਨੇ, ਕੁਝ ਮੇਰੇ ਇਲਾਕੇ ਨਾਲੋਂ, ਮੇਰੇ ਦੇਸ਼ ਨਾਲੋਂ ਵੱਖਰੇ ਨੇ ਉਹ ਮੇਰੇ ਦੁਸ਼ਮਣ ਨੇ। ਕਿੰਨੇ ਕੁ ਦੁਸ਼ਮਣ ਪੈਦਾ ਕੀਤੇ ਨੇ। ਰੰਗ ਦੇ ਆਧਾਰ ਤੇ ਮੇਰੇ ਦੁਸ਼ਮਣ ਨੇ, ਨਸਲ ਦੇ ਆਧਾਰ ਤੇ ਦੁਸ਼ਮਣ ਨੇ, ਮਜ਼ਹਬ ਦੇ ਆਧਾਰ ਤੇ ਦੁਸ਼ਮਣ ਨੇ, ਭਾਸ਼ਾ ਦੇ ਆਧਾਰ ਤੇ ਦੁਸ਼ਮਣ ਨੇ। ਕਿਸੇ ਨਾ ਕਿਸੇ ਰੂਪ ਚ ਮੈਂ ਆਪਣੇ ਆਪ ਨੂੰ ਕਿਸੇ ਨਾ ਕਿਸੇ ਨੂੰ ਵਿਰੋਧੀ ਮੰਨਿਆ ਹੋਇਆ। ਮੈਂ ਨਿਰਵੈਰ ਕਿਵੇਂ ਹੋਵਾਂ? ਜੇ ਮੈਂ ਰੱਬ ਵਰਗਾ ਬਣਨਾ ਹੈ, ਉਹਦੀ ਜਿਹੜੀ ਕਾਇਨਾਤ ਹੈ, ਕਈ ਰੰਗਾਂ ਦੀ, ਕਈ ਭਾਂਤਾਂ ਦੀ, ਕਈ ਕਿਸਮਾਂ ਦੀ, ਉਹਨਾਂ ਸਾਰਿਆਂ ਅਨੇਕਤਾ ਦੇ ਵਿੱਚੋਂ ਮੈਨੂੰ ਇੱਕ ਨੂੰ ਪਛਾਣਨਾ ਪਏਗਾ, ਤਾਂ ਹੀ ਮੈਂ ਨਿਰਵੈਰ ਹੋ ਸਕਾਂਗਾ। ਤੇ ਗੁਰੂ ਨੇ ਉਸ ਚੀਜ਼ ਦੇ ਲਈ ਪ੍ਰੈਕਟੀਕਲ ਰੂਪ ਦਿੱਤਾ ਮੈਨੂੰ। ਉਹ ਕਿਹੜਾ? ਗੁਰੂ ਆਖਦੇ ਨਿਰਵੈਰਤਾ ਦੂਰ ਕਰਨੀ ਸਾਧ ਸੰਗਤ ਵਿੱਚ ਆ ਜਾ ਕਰ। ਪੁੱਛੇ ਸਾਧ ਸੰਗਤ ਚਾਹਣ ਨਾਲ ਕੀ ਹੋਏਗਾ? ਕਹਿਣ ਲੱਗੇ ਸੰਗਤ ਚਾਹੇਗਾ ਨਾ, ਜਦੋਂ ਕੜਾਹ ਪ੍ਰਸ਼ਾਦ ਵਰਤਾਣਾ ਪਏਗਾ, ਉਦੋਂ ਮਨ ਇਹ ਨਹੀਂ ਕਹੇਗਾ ਵੀ ਇਹ ਦੁਸ਼ਮਣੇ ਨੂੰ ਪ੍ਰਸ਼ਾਦ ਨਹੀਂ ਦੇਣਾ, ਸਭ ਨੂੰ ਬਰਾਬਰ ਪ੍ਰਸ਼ਾਦ ਦੇਗਾ। ਜਦੋਂ ਗੁਰਦੁਆਰੇ ਦਾਖਲ ਹੋਏਗਾ, ਜਿਹੜਾ ਸਾਹਮਣੇ ਆਏਗਾ ਹਰ ਇੱਕ ਨੂੰ ਹੱਥ ਜੋੜ ਕੇ ਸਤਿਕਾਰ ਦੇਣਾ ਪਏਗਾ। ਮੱਥਾ ਟੇਕਣ ਤੋਂ ਬਾਅਦ ਬੀਬੀਆਂ ਵਾਲੇ ਪਾਸੇ, ਬੰਦਿਆਂ ਵਾਲੇ ਪਾਸੇ ਹੱਥ ਜੋੜ ਕੇ ਮਨ ਚ ਨਮਸਕਾਰ ਫਤਿਹ ਬੁਲਾਣੀ ਪਏਗੀ। ਤੂੰ ਇਹ ਨਹੀਂ ਕਹਿ ਸਕਦਾ ਇੱਥੇ ਮੇਰਾ ਦੁਸ਼ਮਣ ਬੈਠਾ, ਇੱਥੇ ਨਹੀਂ। ਕੜਾਹ ਪ੍ਰਸ਼ਾਦ ਵਰਤਾਂਦਿਆਂ ਤੂੰ ਵਿਤਕਰਾ ਨਹੀਂ ਕਰ ਸਕਦਾ। ਲੰਗਰ ਵਰਤਾਂਦਿਆਂ ਇਹ ਨਹੀਂ ਕਹੇਗਾ ਵੀ ਇਹ ਪੰਗਤ ਵਿੱਚ ਮੇਰਾ ਦੁਸ਼ਮਣ ਬੈਠਾ ਹੈ, ਇਹਨੂੰ ਮੈਂ ਪ੍ਰਸ਼ਾਦਾ ਨਹੀਂ ਦੇਣਾ। ਇਸ ਪੰਗਤ ਵਿੱਚ ਮੇਰਾ ਆ ਵੈਰੀ ਬੈਠਾ, ਇਹਨੂੰ ਮੈਂ ਦਾਲ ਸਬਜ਼ੀ ਨਹੀਂ ਪਾਣੀ। ਨਹੀਂ, ਰੱਬ ਰੂਪ ਜਾਣ ਕੇ ਉਹਦੀ ਸੇਵਾ ਕਰਨੀ ਪਏਗੀ। ਇੱਥੋਂ ਸਿੱਖਣਾ ਪਏਗਾ ਤੈਨੂੰ। ਜੋੜੇ ਝਾੜਨ ਲੱਗਿਆ ਇਹ ਨਹੀਂ ਤੂੰ ਕਹਿ ਸਕਦਾ ਕਿ ਮੈਂ ਆਪਣੇ ਦੁਸ਼ਮਣ ਦੇ ਜੋੜੇ ਕਿਉਂ ਸਾਫ਼ ਕਰਾਂ, ਇਹ ਨੀਚ ਬੰਦੇ ਦੇ ਜੋੜੇ ਮੈਂ ਕਿਉਂ ਸਾਫ਼ ਕਰਾਂ। ਨਹੀਂ ਨਹੀਂ, ਸਾਧ ਸੰਗਤ ਵਿੱਚ ਆ ਕੇ, ਪੰਗਤ ਸੰਗਤ ਵਿੱਚ ਬੈਠ ਕੇ, ਬਾਣੀ ਸੁਣ ਕੇ, ਸੇਵਾ ਕਰਕੇ ਨਫ਼ਰਤ ਮੁੱਕ ਜਾਏਗੀ, ਈਰਖਾ ਮੁੱਕ ਜਾਏਗੀ, ਸਾੜਾ ਮੁੱਕ ਜਾਏਗਾ, ਵੈਰ ਵਿਰੋਧ ਖਤਮ ਹੋ ਜਾਣਗੇ। ਮਨ ਨਿਰਵੈਰ ਹੋ ਕੇ ਗਾ ਉੱਠੇਗਾ। ਕੀ ਗਾਏਗਾ? ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਾ ਹੈ ਬਿਗਾਨਾ, ਸਗਲ ਸੰਗ ਹਮਕੋ ਬਨਾਈ। ਹੁਣ ਮੇਰਾ ਕੋਈ ਦੁਸ਼ਮਣ ਨਹੀਂ ਹੈ। ਜਾਤ ਪਾਤ, ਨਸਲਵਾਦ, ਇਲਾਕਾਵਾਦ, ਰੰਗ ਭੇਦ ਦੇ ਸਾਰੇ ਵਿਤਕਰੇ ਖਤਮ ਹੋ ਗਏ। ਹੁਣ ਸਾਰਿਆਂ ਨੂੰ ਮੈਂ ਮਿੱਤਰ ਸਮਝਦਾ, ਸਾਰੇ ਮੇਰੇ ਮਿੱਤਰ ਹੋ ਗਏ ਨੇ। ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬੈਰਾਈ, ਬ੍ਰਹਮ ਪਸਾਰਿਓ ਪੀਤਰ, ਸਤਿਗੁਰ ਤੇ ਸੋਝੀ ਪਾਈ। ਮੈਨੂੰ ਗੁਰੂ ਤੋਂ ਸਮਝ ਪੈ ਗਈ, ਸਾਰੇ ਪਾਸੇ ਬ੍ਰਹਮ ਦਾ ਪਸਾਰਾ ਨਜ਼ਰ ਆ ਗਿਆ। ਤੇ ਦੁਸ਼ਮਣ ਕੌਣ ਹੋਇਆ? ਜਿਹੜਾ ਦੁੱਖ ਸੀ ਨਾ, ਸੋ ਪ੍ਰਭ ਚੇਤਨਾ ਆਵੇ, ਕਿਤੜਾ ਦੁੱਖ ਗਣਾ,
ਹੁਣ ਉਹ ਚੇਤੇ ਆ ਗਿਆ, ਹੁਣ ਭੁੱਲਦਾ ਨਹੀਂ ਹੈ। ਬ੍ਰਹਮ ਪਸਾਰ ਪਸਾਰਿਓ ਪੀਤਰ, सतगुर ते सोची पाई। हुण अवस्था बन गई, सबको मीत हम आपन कीना, हम सबना के साजन, दूर परायो मन का बिरहा, ता मेल क्यों मेरे राजन। भाई कन्हैया वाली अवस्था आ गई, भगत पूर्ण सिंह वाली अवस्था आ गई, सारे च रब दिसन लग गया। सब गोबिंद है, सब गोबिंद है, गोबिंद बिन नहीं कोई। मैं निर्वैर केवल जपिया नहीं, बन गया, रब दा गुण धारण कर लिया। गुरु ने कहा आ तेन एक पौड़ी होर उच्चा चुक लिया। प्रभु है निरभव, उन्होंने किसी तो डर नहीं। मैं कहना गुरु जी जे रब निरभव तो मैनू की सिक्ख्या मिली? मैं तो डरदा वां, बाहरले दुश्मनों तो भी डरदा वां, अंदरों विकारां तो भी डरी जाना, ते वहमां भरमां पखंडां तो भी डरी जाना, राहु केतु तो भी डरदा, शनि तो भी डरदा, ज्योतिषियां तांत्रिकां तो डरदा, जंतरां मंत्रां तो डरदा वां। बाहरले लोग वैसे डराई जाते हैं। याद रखियो, इस समाज विच जिन्हां ने डराया उन्हां जुल्म किया, जिहड़े डरे उन्हां जुल्म सहारिया। औरंगजेब ने डराया, उन्हें जुल्म किया, भारत के लोग डरे, उन्होंने जुल्म सहारिया, अपनी बहु बेटियां की इज्जत भी नहीं बचाई, बल्कि उन्होंने जालम के हवाले कर दित्तियां। ते मेरे गुरु ने सिक्ख्या दी, पै काहू को देत ने नह पै मानत आन, कहु नानक सुंदरिय मना ज्ञानी पै बखान। गुरु ने कहा तू निरभो जापन लग जा। निरभो केवल कहीं ना, निरभो जपै सगल भो मिटै। जिस दिन निरभो जापन लग जाएगा डर मुक जाएंगे। समझ ली, जिस दिन निरभो हो गया, भो मिट गए, निरभो जप लिया तू, आया निरभो जपना। जिस दिन निरभो वर्गा हो गया, असल विच गुणा दा जाप गुणा वर्गा होने दा जाप है। भाई गुरदास जी ने बहुत प्यारा कवित किया, जो मैं चिंतावान नूं चितविया मेरी चिंता मुक गई, मैं अजोनी नूं जपिया मेरे जोना दे संकट मुक गए, काल मुक गए जो मैं अकाल नाल सांझ पाई, मेरे डर मुक गए जो मैं निरभै नाल जुड़िया। चिंता मन चितवत चिंता चित ते चुराई, अजोनी अराधे जोन संकट कटाए हैं, जपत अकाल काल कंटक कलेश नासे, निरभै भजन भ्रम भै दल पजाए हैं, सिमरत नाथ निर्वैर बैर भाव त्यागियो, भाग्यो खेद भेद निरभेद गुण गाए हैं, अकुल अंचल गहे कुल ना विचारे को, अटल शरण आवागमन मिटाए। जेड़ा जेड़ा गुण मैं जपिया मैं धारण करता चला गया जिंदगी। रब गवाचा नहीं है, रब दे गुण गवाचे ने, ते रब दे गुण किते बाहर नहीं गवाचे, साडे अंदर गवाचे हुए ने। दया दा गुण गवाच गया साडे अंदर, सानू पता नहीं लग रहा है, साडे अंदर ही, साडे तो गवाच गया। निरभव साडे अंदर ही बैठा है, पर साडे कोल गवाच गया निरभव। उन्हें लभना है, उन्हें खोजना है, और अंदरों खोजना है। प्रेम दा गुण साडे अंदर ही, पर साडे कोल गवाच गया, उन्हें प्रगट करना है। कोई नहीं कह सकता कि मेरी जिंदगी च प्रेम नहीं है जी, प्रेम है, मैं दी वरतों नहीं कर रहा। कोई नहीं कह सकता मेरे अंदर निरभैता का गुण नहीं है, मैं दी वरतों नहीं कर रहा। कोई नहीं कह सकता मेरे अंदर जी दया नहीं, किसी गरीब को देख के मेरा मन तरस नहीं खांदा, मेरा मन पिघलदा नहीं। कोई नहीं कह सकता दया का गुण है, मैं दी वरतों नहीं कर रहा। रब साडे अंदर ही गवाचा है, सारे गुण अंदर ही ने, असीं दी वरतों नहीं कर रहे। भगत कौन है जिहड़ा इन्हां गुणां दी वरतों करन लग जांदा है? गुण निधान भगतन को बर्तन, बिरला पावे कोई। भगतां दी वरतों विहार विच नहीं है गुण, वो वरतदे ने इन्हां गुणां नूं। बंदे खोज दिल हर रोज, ना फिर परेशानी माहे। खोज अपने अंदरों, निर्वैर तेरे अंदर गवाचा बैठा है, वो बच्चे की तरह अंदर लुकिया हुआ है, निरभव बच्चे की तरह है अंदर, उन प्रगट कर। जिवें बच्चा निर्वैर हुंदा है, निरभव हुंदा है, बच्चा सच्चा हुंदा है, वो तेरे अंदर है, उन्हें प्रगट कर। रब गवाचा नहीं, अंदर ही है, सिर्फ प्रगट करना है। गुरु आखदा तू निरभव हो जा, दुनिया का कोई डर तेनू डरा ना सके। गुरु ने मैनू ज्ञान दे दिता, यही गुरु की कृपा है, गुरु का ज्ञान।
भाई मत कोई जानो, किसी क्या कुछ हाथ है, सब करे कराया, जरा मरा ताप सिरत साप, सब हर कै वस है, कोई लाग न सके बिना हर का लाया। निरभौ बनदा मैं की करदा, मैं निरभौ कहंदा हां एक ओंकार सतनाम करता पुरख निरभौ, मैं क्या ते निरभौ, पर मैं निरभौ बनया नहीं। सिख ने पाठ किया निरभौ, निरभौ कह के घरों बाहर निकलिया, 5 मिनट च वापस आ गया। घर दी ने पूछ लिया सरदार जी की गल वापस आ गए, वो कहना की दसा बिल्ली रस्ता कट गई। पढ़ना निरभौ है, डरदा बिल्ली तो है। शाम ਨੂੰ रहरस का पाठ उन्हें किया, जिन निरभौ जिन हर निरभौ ते आया जी, तिनका भौ सब गवासी। 5 मिनट घरों बाहर निकलिया, 5 मिनट वापस आ गया। सरदारनी ने फिर पूछ लिया सरदार जी, हूँ फिर वापस आ गए। कहने लगा की दसा किसी ने छिक मार दी, काम नहीं बनना। पढ़दा निरभौ है, डरदा छिक्कां तो है, छिक मार दी जी काम नहीं बनना, 2 छिक्कां मार दी जी काम बन जाना है, 3 छिक्कां मार दी जी कोई याद करदा है, 4 छिक्कां मार दी तू डॉक्टर को जा, तेन जुकाम होया। छिक दा माड़ी चंगी घटना नाल उन्ना क संबंध है जिन्ना अनपढ़ दा साइंस नाल हुंदा है, इदू ज्यादा नहीं। साडी बॉडी दा डिफेंस रिएक्शन है, छिक ते बड़ी चंगी चीज है। साडी साह नाली च धूड़ कण चला जाए, साह औखा आए, कुदरत ने एक नियम पैदा किया, तेज हवा निकलती है जिहड़ी उस धूड़ कण मिट्टी नूं साडी साह नाली चों बाहर कढ दिंदी है, सानूं साह सौखा आउण लग जांदा है। इत्थे साडी बॉडी दा डिफेंस रिएक्शन है। इत्थे डरदा छिक्कां तो है, डरदा बिल्लियां तो है, डरदा भूतां प्रेतां तो है, डरदा ग्रह नक्षत्रां तो है। गुरु ने कृपा की, गुरु ने ज्ञान दे दिता। ओ अविनाशी राया निरभौ संग तुम्हारे बसते, डरन कहां ते आया, हुण मैं निरभौ नाल वसन लग गया, मैं निरभौ दी पौड़ी चढ़ गया, डर मेरा कुछ बिगाड़ ही नहीं सकता। गुरु ने निरभौ बना दिता, निरभौ जपै सगल भौ मिटै। गुरु ने कह दिता आ तेनू एक पौड़ी हुण होर उच्चा चढ़ा दिया। एक ओंकार च अभेद होना है ना, रब नूं मिलना है। रब है करता पुरख, करता मैंने बनाने वाला, पुरख मैंने समाया होया। रब कुल कायनात दा करता है। मैं कहना रब करता है तो फिर मैं की करा, मैं तो करता नहीं हो सकता ना। गुरु आखदा क्यों नहीं करता हो सकता, तू भी कुछ कर। बल्ब जल रहे ऊपर, थॉमस अल्वा एडिसन ने बल्ब बनाया, उन्हें साडी रातां दे अंधेरे दूर कर दिते, वो करता हो गया ना। जिन्हें आ कैमरा बनाया वो करता है, मेरी तस्वीर दूर तक जा रही है। जिन्हें फोन बनाया करता है, मेरी आवाज दूर तक जाती है। जिन्हें टेबल बनाया वो करता है, मैं अपनी चीजें टिका के रख सकता। जिन्हें कपड़े बनाए ने, मैं सर्दी गर्मी तो बच जाना पा लेना, वो करता है। कुछ करके गए ने। याद रखियो असीं साइंस नूं भंडन लग्या मिंट नहीं लांदे, साइंसदानां नूं साइंटिस्टां नूं भंडन लग्या मिंट नहीं लांदे। तुसीं ये दसो सवेरे उठण तो लैके रात सौण तक किसी साध संत ने, किसी पीर फकीर ने कोई खोज की होवे जिहड़ी तुसीं सवेरे उठण तो लैके रात तक वरतदे हो उस चीज नूं, उस चीज का नाम दसो किहड़ी खोज की उन्होंने। किसी बुरश की खोज की होवे जिहड़े तुसीं रोज वरतदे हो, किसी पेस्ट की खोज की होवे तुसीं रोज वरतदे हो। सवेरे उठण तो लैके शाम सौण तक कोई चीज की खोज की, कोई मनुखता नूं उन्होंने देन दित्ती होवे, उन्हां साधा संतां जोगियां ने, उन्हां पीरां पैगंबरां ने, जिहड़ी तुसीं रोज वरतदे हो समाज विच, संसार विच, परिवार विच। एक कार दा वाइपर भी बनाया होवे जिहड़ा शीशे नूं साफ कर दे। ते दूजे पासे साइंस की कोई चीज दसो जिहड़ी तुसीं सवेर तो लैके उठण तो लैके शाम तक वरतदे हो, कोई एक चीज। तुसीं कहोगे हजारां ने उत्ते, ब्रश है, पेस्ट है, साबन है, तेल है, साडे भांडे ने, बाल्टियां, खाना, भोजन, टेबल, टीवी, मोबाइल फोन, कारां, साडी ऑफिस दी फाइलां, साडे पेन, साडे कागज, रात सौण तक बेडशीट, चादर, ये वो, कितना कुछ है। ते जिन्हां ने इन्ना कुछ समाज नूं दिता, समाज की सेवा की, उन्हां नूं असीं भंडदे हां। वो करता ने कुछ करके गए। चढ़ावा अज भी गुरुद्वारियां च चढ़दा है, पर अज उस चढ़ावे नाल संगमरमर पत्थर लगदा है। अगली एक होर
ट्रेंड अगला शुरू हो गया, सोने ਦੀਆਂ ਪਾਲਕੀਆਂ, ਅੱਗੋਂ ਫਿਰ ट्रेंड शुरू हो जाएगा हीरे मोतियां वाली पालकियां। चढ़ावा गुरु साहब के जमाने में चढ़ता सी, वो गुरु साहब करता सन, उन्होंने शहर वसाए, जिन्हां कोल घर नहीं सी उन्होंने घर बना के दिते, जिन्हां कोल काम नहीं सी, रोजगार नहीं सी, उन्होंने दुकानां खोल के दित्तियां, विच समान पा के दिता। जिथे पानी नहीं सी ते खूह लवाए, उत्थे बौलियां खुदवाइयां, हल्ट लवाए। जिथे दवा दारू का प्रबंध नहीं सी, दवा खाने खुलवाए। उत्थे करता सन, कुछ करके गए उस चढ़ावे दे नाल। अज असीं उन्हां नूं याद करदे हां ते पुरख भी ने, क्योंकि अज उन्हां चीज़ां नूं देख के सानूं गुरु साहब की याद आ जाती है। उन्हां चीज़ां विच गुरु समा गया है। जद वो नगर वसाए गुरु साहिबानां दे देखदे हां, उन्हां नूं देख के सानूं गुरु याद आ जाता है। गुरु समा गया, पुरख हो गया अपनी किरत दे विच, वो करता पुरख हो गए। ए सिखा रब वर्गा बनना, करता पुरख हो, कुछ करके जा समाज दे लई। जे डॉक्टर है किसी का मुफ्त इलाज कर दे, जे इंजीनियर है किसी को मुफ्त घर विच घर बना दे, जे टीचर है किसी को मुफ्त ज्ञान दे दे। ते बंदा आखदा ना तो जी मैं डॉक्टर, ना इंजीनियर हाँ, मैं ना टीचर हाँ, मैं की करा, मैं तो नहीं करता बन सकता। क्यों नहीं बन सकता? होर नहीं तो दुनिया नूं सच ही दे जा, होर नहीं तो ईमानदारी दे जा, संसार नूं कुछ तो करके जा। निमरता दे दो मिठे बोल दे दे, मुस्कुराहट दे दे, किसी का दुख एक खिन दे लिए उन्हें भुल जाए, एक खिन उन्हें शांति मिल जाए। कुछ तो कर। दुनिया का सब तो मूर्खतापूर्ण काम किहड़ा है? दुनिया का सब तो बेवकूफाना जिहड़ा काम है, वो है अपना जन्मदिन आप मनाना। कोई दूजा जन्मदिन मनाए समझ आती है। असीं गुरु साहिबानां दे पुरब मनाने आ क्योंकि कुछ दे के गए ने, समाज नूं करके गए ने। अपना जन्मदिन आप मनाना इस गल का सबूत है कि मैं इस समाज वास्ते कुछ चंगा नहीं करके चलिया, लोगों ने याद नहीं करना, चलो अपना जन्मदिन आप ही मना लो। तो कम ऐसी कि रानी एक मिनट हाँ जी हाँ जी, वो वाईफाई डिस्कनेक्ट हो गया सी। मैं विचार कर रहा सी कि रानी महलां च खड़ी हुई और महलां दी खिड़की तो बाहर देख रही सी ते बाहर किसी दी अर्थी जा रही सी। हजारां लोग ਉਹਦੇ ਪਿੱਛੇ ਰੋਂਦੇ ਜਾ ਰਹੇ ਸਨ। तू क्यों चला गया है? तू वापस आ जा, तेरी लोड़ सी अज समाज नूं, तू क्यों चला गया है? राणी ने जिहड़ी काम करदी नौकरानी नूं पुछया, तेनू पता है अपने शहर च कोई बहुत बड़ा बंदा मर गया? हजारां लोग ਉਹਦੇ ਪਿੱਛੇ ਰੋਂਦੇ जा रहे ने, ਉਹਨੂੰ कह रहे ने तू वापस आ जा, तेरी लोड़ सी। तेन पता है कौन मरिया? नौकरानी कहन लगी, रानी साहिबा तुहानू नहीं पता कौन मरिया? सारे शहर नूं पता लग गया, तुहानू नहीं पता लग्या कि कौन मरिया? रानी कहन लगी नहीं। नौकरानी कहन लगी, जिहड़ा शहर दे विचकार चौंक सी ना वड्डा, ते उस चौंक दे विच एक भिखारी, एक मंगता बहंदा हुंदा सी, वो भिखारी मर गया है, ते तुहानू पता है सीधा स्वर्गां च गया वो। रानी हस पई, कहन लगी तू तो इदां कहनी जिवें आप स्वर्गां छड़ के आई है, और मंगता मरिया उहदे पिछे इन्नी भीड़। कहन लगी रानी साहिबा सोच के देखो, वो जिहड़ा मंगता सी, भिखारी सी, वो लोकां तो मंग के रोटी खांदा सी, कपड़े चाहिए सी लोकां कोलों मंग के कपड़े पांदा सी, जिंदगी दे सारियां लोड़ां उस लोकां कोलों मंग के पूरीआं करदा सी। पर उस समाज नूं किन्ना प्रेम वंड के गया हैगा, अज लोग उहनूं याद कर रहे हैं। किन्ना प्रेम दुनिया च फैला के गया होगा, किन्ना प्रेम वरता के गया होगा, अज लोग याद करते हैं। कोई भी मनुख करता हो सकता है, कोई भी मनुख हो सकता है। होर नहीं ते मिठे बोल दे के, प्रेम दे के, सच्चाई दे के, ईमानदारी दे के, शुभ गुणां नूं फैला के कोई भी करता बन सकता है। उहदे गुणां नूं याद करके लोग उहनूं पुरख दा रूप कर दिंदे ने। रब करता पुरख है। यह नहीं कि सिर्फ समाज दे लई असीं करता पुरख बनने, अपने परिवार लई ही नहीं, अपने समाज लई नहीं, हवा दे लई, मिट्टी दे लई, पानी दे लई, पेड़ पौधों दे लई, पशुओं दे लई, वनस्पति दे लई, धरती सूरज चंद्रमा आकाश लई साडे कुछ फर्ज ने, जिहड़े असीं ओह फर्ज पूरे करदे हां स्वार्थ रहत हो के, असीं करता हो जांदे हां। रब दी स्कृत विच असीं भी अपना योगदान पा दिंदे हां।
ਅਸੀਂ ਕੰਟਰੀਬਿਊਸ਼ਨ ਕਰਦੇ ਹਾਂ ਰੱਬ ਦੇ ਸੋਹਣੇ ਘਰ ਦੇ ਵਿੱਚ। ਇਹ ਜਗ ਸੱਚੀ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਰੱਬ ਨੇ ਸੋਹਣਾ ਘਰ ਬਣਾਇਆ ਹੈ। ਰੱਬ ਦੇ ਘਰ ਵਿੱਚ ਜਦੋਂ ਅਸੀਂ ਕੋਈ ਚੀਜ਼ ਸਵਾਰ ਦਿੰਦੇ ਹਾਂ, ਰੱਬ ਦੇ ਘਰ 'ਚ ਸਾਡਾ ਯੋਗਦਾਨ ਪੈ ਜਾਂਦਾ ਹੈ, ਅਸੀਂ ਕਰਤਾ ਦਾ ਹਿੱਸਾ ਹੋ ਜਾਂਦੇ ਹਾਂ। ਇਸੇ ਕਰਕੇ ਕਹਿੰਦੇ ਆ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਜਿਹਦੇ ਕੋਲ ਰੱਬ ਦਾ ਗਿਆਨ ਹੈ ਨਾ, ਉਹ ਦੁਨੀਆ ਦਾ ਕਰਤਾ ਹੋ ਕੇ ਵਿਚਰਦਾ ਹੈ, ਸਮਾਜ ਲਈ ਕੁਝ ਕਰਕੇ ਜਾਂਦਾ ਹੈ ਉਹ। ਤੇ ਲੋਕ ਉਹਨੂੰ ਯਾਦ ਕਰਦੇ ਨੇ, ਉਹ ਮਰਦਾ ਨਹੀਂ ਹੈ, ਫਿਰ ਉਹ ਪੁਰਖ ਹੋ ਜਾਂਦਾ ਹੈ, ਆਪਣੀ ਕਿਰਤ 'ਚ ਸਮਾ ਜਾਂਦਾ ਹੈ। ਬ੍ਰਹਮ ਗਿਆਨੀ ਸਦ ਜੀਵ ਹੈ, ਨਹੀਂ ਮਰਦਾ, ਉਹ ਮਰਦਾ ਨਹੀਂ ਹੈ, ਫਿਰ ਆਪਣੀ ਕਿਰਤ ਵਿੱਚ ਸਦਾ ਹੀ ਜਿਉਂਦਾ ਹੈ। ਅੱਜ ਗੁਰੂ ਸਾਹਿਬਾਨਾਂ ਨੂੰ ਕੌਣ ਕਹਿ ਸਕਦਾ ਚਲੇ ਗਏ? ਨਹੀਂ ਨਹੀਂ, ਅੱਜ ਵੀ ਨੇ ਆਪਣੀ ਕਿਰਤ ਵਿੱਚ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੀ ਝੋਲੀ ਪਾ ਕੇ ਖਜ਼ਾਨਾ, ਐਡੀ ਵੱਡੀ ਕਿਰਤ ਉਸ ਬਾਣੀ 'ਚ ਸਮਾਏ ਹੋਏ ਨੇ। ਜਿਹੜੀਆਂ ਜਿਹੜੀਆਂ ਚੀਜ਼ਾਂ ਸਮਾਜ ਨੂੰ ਦੇ ਗਏ ਨੇ, ਉਹਨਾਂ 'ਚ ਸਮਾਏ ਹੋਏ ਨੇ। ਕਰਤਾ ਪੁਰਖ, ਰੱਬ ਕਰਤਾ ਹੈ। ਜੀਵ ਤੂੰ ਕੁਝ ਕਰਕੇ ਜਾ ਸਮਾਜ ਦੇ ਲਈ। ਜਿਸ ਦਿਨ ਮੈਂ ਇਮਾਨਦਾਰੀ, ਸੱਚਾਈ, ਦਇਆ, ਸ਼ਾਂਤੀ, ਪ੍ਰੇਮ ਕਿਸੇ ਨੂੰ ਵੰਡਦਾ ਵਾਂ, ਮੈਂ ਕਰਤਾ ਹੋ ਜਾਂਦਾ। ਸਤਨਾਮ, ਪ੍ਰਭੂ ਦਾ ਨਾਮ ਸੱਚ ਹੈ, ਸਦਾ ਸਥਿਰ ਹੈ। ਮੈਨੂੰ ਕੀ ਲਾਭ? ਮੈਨੂੰ ਵੀ ਸੱਚ ਦਾ ਰੂਪ ਹੋਣਾ ਪੈਣਾ ਹੈ। ਜ਼ਿੰਦਗੀ 'ਚ 5 ਚੀਜ਼ਾਂ 'ਚ ਸੱਚ ਆ ਜਾਏਗਾ, ਮੈਂ ਸੱਚ ਦਾ ਰੂਪ ਹੋ ਜਾਏਗਾ। ਜਿਹਦੇ ਬੋਲਣ ਵਿੱਚ ਸੱਚ ਹੈ, ਜਿਹਦੇ ਦੇਖਣ ਵਿੱਚ ਸੱਚ ਹੈ, ਜਿਹਦੇ ਸੁਣਨ ਵਿੱਚ ਸੱਚ ਹੈ, ਜਿਹਦੇ ਕਰਮਾਂ ਵਿੱਚ ਸੱਚ ਹੈ, ਤੇ ਜਿਹਦੀ ਯਾਦ ਵਿੱਚ ਸੱਚ ਹੈ, ਉਹ ਸੱਚ ਦਾ ਰੂਪ ਹੋ ਜਾਂਦਾ ਹੈ। ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪਿਖਣਾ, ਸਰਵਣੀ ਸੁਣਨਾ ਗੁਣ ਨਾਉ, ਸਤਿਗੁਰ ਸੇਤੀ ਰਤਿਆ, ਦਰਗਾਹ ਪਈਏ ਠਾਉ। ਸਤਿਗੁਰ 'ਚ ਰਤਿਆ ਜਾਂਦਾ ਹੈ, ਸੱਚ 'ਚ ਸਮਾ ਜਾਂਦਾ ਹੈ। ਗੁਣ ਜੰਝ ਲਾੜੇ ਨਾਲ ਸੋਇ ਪਰਖ ਮੋਹਣੀਆਂ ਲਿਆ। ਗੁਣਾਂ ਦੀ ਬਰਾਤ ਜਿੰਨੀ ਮਰਜ਼ੀ ਵੱਡੀ ਹੋਵੇ, ਸੱਚ ਲਾੜੇ ਤੋਂ ਬਿਨਾਂ ਕੋਈ ਬਰਾਤ ਕਿਸੇ ਅਰਥ ਨਹੀਂ ਰੱਖਦੀ। ਜੇ ਅੰਦਰ ਝੂਠ ਹੈ, ਮੇਰੀ ਪੜ੍ਹੀ ਬਾਣੀ, ਮੇਰੀ ਕੀਤੀ ਸੇਵਾ ਦਿਖਾਵਾ ਬਣ ਜਾਂਦੀ ਹੈ। ਪਰ ਜਦੋਂ ਅੰਦਰ ਸੱਚ ਹੁੰਦਾ ਹੈ, ਮੈਂ 4 ਬਾਣੀਆਂ ਘੱਟ ਵੀ ਪੜ੍ਹ ਲੈਣਾ ਵਾ, 4 ਭਾਂਡੇ ਲੰਗਰ 'ਚ ਘੱਟ ਵੀ ਸਾਫ਼ ਕਰ ਲੈਣਾ, ਪਰ ਅੰਦਰ ਸੱਚ ਰੱਖਦਾ ਤੇ ਮੇਰੇ ਉਹ ਥੋੜੇ ਬਰਾਤੀ ਵੀ ਨਾਲ ਚੱਲ ਪੈਂਦੇ ਨੇ। ਲਾੜਾ ਹੋਵੇ, ਬਰਾਤੀ ਥੋੜੇ ਵੀ ਚੱਲ ਜਾਂਦੇ ਨੇ। ਅੰਦਰ ਸੱਚਾਈ ਹੋਵੇ, ਬਾਹਰਲੇ ਕਰਮ ਧਰਮ ਥੋੜੇ ਵੀ ਚੱਲ ਜਾਂਦੇ ਨੇ। ਕਿਉਂ? ਕਿਉਂਕਿ ਸੱਚੋਂ ਉਰੇ ਸਭ ਕੋ, ਉੱਪਰ ਸੱਚ ਅਚਾਰ। ਸੱਚ ਸਭ ਤੋਂ ਉੱਪਰ ਹੈ। ਇੱਕ ਓਂਕਾਰ, ਪ੍ਰਭੂ ਇੱਕ ਹੈ ਔਰ ਸਾਰਿਆਂ 'ਚ ਵਿਆਪਕ ਹੈ। ਔਰ ਇਹ ਗੱਲ ਅਸੀਂ ਦੁਨੀਆ ਨੂੰ ਦੱਸ ਨਹੀਂ ਸਕੇ। ਜਿਸ ਦਿਨ ਇਸ ਗੱਲ ਦਾ ਸਮਾਜ ਨੂੰ ਪਤਾ ਚੱਲ ਜਾਏਗਾ, ਰੱਬ ਇੱਕ ਸਾਰਿਆਂ ਵਿੱਚ ਹੈ, ਤੇ ਰੱਬ ਦੇ ਸੰਸਾਰ ਨੂੰ ਵੰਡਿਆ ਨਹੀਂ ਜਾ ਸਕਦਾ। ਸੰਸਾਰ ਦਾ ਰੂਪ ਹੈ ਉਹ, ਜੋ ਦਿਸਿਆ ਸੋ ਤੇਰਾ ਰੂਪ, ਤੇ ਰੱਬ ਨੂੰ ਵੰਡਿਆ ਨਹੀਂ ਜਾ ਸਕਦਾ। ਜੇਤਾ ਰੂਪ ਕਾਇਆ ਤੇਰੀ, ਸਾਰਾ ਸੰਸਾਰ ਤੇਰਾ ਰੂਪ ਹੈ, ਤੇਰੇ ਟੁਕੜੇ ਕਿਵੇਂ ਹੋਣਗੇ? ਜਿਸ ਦਿਨ ਇੱਕ ਓਂਕਾਰ ਦੀ ਮਨੁੱਖਤਾ ਨੂੰ ਸਮਝ ਲੱਗ ਜਾਏਗੀ, ਧਰਤੀ ਤੋਂ ਦੇਸ਼ਾਂ ਦੀਆਂ ਹੱਦਾਂ ਮੁੱਕ ਜਾਣਗੀਆਂ। ਇਹ ਹੱਦਾਂ ਰੱਬ ਨੇ ਵੀ ਧਰਤੀ ਤੇ ਖਿੱਚੀਆਂ ਲਾਈਨਾਂ, ਇਹ ਅਸੀਂ ਕਾਗਜ਼ਾਂ ਦੇ ਉੱਪਰ ਲਾਈਨਾਂ ਖਿੱਚੀਆਂ ਨੇ, ਮੈਪ ਦੇ ਵਿੱਚ, ਨਕਸ਼ਿਆਂ ਦੇ ਵਿੱਚ। ਸਮਾਜ ਨੂੰ ਅਸੀਂ, ਸੰਸਾਰ ਨੂੰ ਵੰਡਿਆ ਰੱਬ ਦੇ। ਇੱਕ ਓਂਕਾਰ ਦੀ ਸਮਝ ਆ ਜਾਏਗੀ, ਸਾਰੀ ਧਰਤੀ ਇੱਕ ਦੇਸ਼ ਹੋ ਜਾਏਗੀ। ਸਾਰੇ ਸੰਸਾਰ ਦੀ ਇੱਕ ਸਾਂਝੀ ਰਾਜਧਾਨੀ ਹੋਏਗੀ, ਸਾਰੇ ਸੰਸਾਰ ਦੀ ਸਾਂਝੀ ਸਰਕਾਰ ਹੋਏਗੀ। ਪਾਸਪੋਰਟ ਸਿਸਟਮ ਖਤਮ ਹੋ ਜਾਏਗਾ, ਕਰੰਸੀ ਇੱਕ ਹੋ ਜਾਏਗੀ। ਤੇ ਜੇ ਦੂਜਾ ਵਿਰੋਧੀ ਦੇਸ਼ ਬਚੇਗਾ ਹੀ ਨਹੀਂ, ਤੇ ਦੂਜੇ ਦੇਸ਼ ਤੇ ਹਮਲਾ ਕਰਨ ਵਾਸਤੇ ਜਿਹੜਾ 70% ਧਨ ਮਾਰੂ ਹਥਿਆਰਾਂ ਤੇ, ਰਾਕਟ ਲਾਂਚਰ ਆਦਿ ਤੇ ਖਰਚਿਆ ਜਾਂਦਾ ਹੈ, ਟੈਂਕਾਂ, ਤੋਪਾਂ, ਬੰਬਾਂ ਤੇ ਖਰਚਿਆ ਜਾਂਦਾ ਹੈ, ਉਹ 70% ਧਨ ਬਚ ਜਾਏਗਾ, ਜਿਹੜਾ ਸਮਾਜ ਦੇ ਵਿਕਾਸ ਲਈ ਖਰਚਿਆ ਜਾਏਗਾ। ਜਿਹੜੇ ਲੋਕ ਆਪਣੀਆਂ ਨੌਜਵਾਨ ਨੂੰਹਾਂ ਧੀਆਂ ਨੂੰ ਲੈ ਕੇ ਪੁਲਾਂ ਥੱਲੇ ਰਹਿ ਰਹੇ ਨੇ, ਸੜਕ ਤੇ ਫੁੱਟਪਾਥ ਤੇ ਕਿਨਾਰੇ ਬੈਠੇ ਨੇ, ਉਹਨਾਂ ਨੂੰ ਰਹਿਣ ਲਈ ਘਰ ਮਿਲ ਜਾਣਗੇ। ਜਿਨ੍ਹਾਂ ਕੋਲ ਭੋਜਨ ਨਹੀਂ, ਕੱਪੜਾ ਨਹੀਂ, ਮਕਾਨ ਨਹੀਂ, ਉਹਨਾਂ ਦੀ ਲੋੜਾਂ ਪੂਰੀਆਂ ਹੋਣਗੀਆਂ। ਬੱਚਿਆਂ ਨੂੰ ਸਕੂਲ, ਕਾਲਜ, ਯੂਨੀਵਰਸਿਟੀ ਮਿਲ ਜਾਣਗੇ। ਬੇਰੁਜ਼ਗਾਰਾਂ ਨੂੰ ਮਿਲਣਾ, ਫੈਕਟਰੀਆਂ ਮਿਲ ਜਾਣਗੀਆਂ। ਬਿਮਾਰਾਂ ਨੂੰ ਡਿਸਪੈਂਸਰੀ, ਹਸਪੀਟਲ ਮਿਲ ਜਾਣਗੇ। ਇਸ ਧਰਤੀ ਤੇ ਨਵੀਂ ਮਨੁੱਖਤਾ ਦੀ ਉਸਾਰੀ ਹੋਏਗੀ। ਚਾਰੋਂ ਤਰਫ ਖੁਸ਼ੀ, ਆਨੰਦ ਛਾ ਜਾਏਗਾ, ਜਦੋਂ ਅਸੀਂ ਇੱਕ ਓਂਕਾਰ ਦਾ ਸਿਧਾਂਤ ਦੁਨੀਆ ਨੂੰ ਦੇਵਾਂਗੇ। ਮੈਂ ਤੁਹਾਡੇ 'ਚ ਰੱਬ ਦੇਖਾਂਗਾ, ਤੁਸੀਂ ਮੇਰੇ 'ਚ ਰੱਬ ਦੇਖੋਗੇ, ਮੈਂ ਸਾਰਿਆਂ 'ਚ ਰੱਬ ਦੇਖਾਂਗਾ। ਮੇਰਾ ਸਾਰਿਆਂ ਨਾਲ ਵਿਹਾਰ ਬਦਲ ਜਾਏਗਾ। ਕੋਈ ਮੇਰਾ ਦੁਸ਼ਮਣ ਨਹੀਂ ਰਹੇਗਾ, ਕੋਈ ਟਕਸਾਲੀ ਨਹੀਂ ਰਹੇਗਾ, ਕੋਈ ਮਿਸ਼ਨੀ ਨਹੀਂ ਰਹੇਗਾ, ਕੋਈ ਸੰਤ ਸਮਾਜੀ ਨਹੀਂ ਰਹੇਗਾ, ਕੋਈ ਖੰਡ ਕੀਰਤਨੀ ਨਹੀਂ ਰਹੇਗਾ। ਸਾਰੇ ਰੱਬ ਹੋ ਜਾਣਗੇ। ਕੋਈ ਹਿੰਦੂ, ਕੋਈ ਮੁਸਲਮਾਨ, ਕੋਈ ਈਸਾਈ, ਇਹਨਾਂ ਧਰਮਾਂ ਦੇ ਝਗੜੇ ਬਖੇੜੇ ਮੁੱਕ ਜਾਣਗੇ। ਜੇ ਰੱਬ ਇੱਕ ਹੈ ਤੇ ਧਰਮ ਵੀ ਇੱਕ ਹੋਏਗਾ। ਏਕੋ ਧਰਮ ਦ੍ਰਿੜੈ ਸੱਚ ਕੋਈ, ਗੁਰਮਤਿ ਪੂਰਾ ਜੁਗ ਜੁਗ ਸੋਈ। ਸੱਚ ਦੇ ਆਧਾਰ ਤੇ ਜਦੋਂ ਫਰਜ਼ਾਂ ਨੂੰ ਪੂਰਾ ਕਰਾਂਗੇ, ਉਹ ਇੱਕ ਧਰਮ ਬਣ ਜਾਏਗਾ ਕੁੱਲ ਮਨੁੱਖਤਾ ਦਾ। ਸਾਰਿਆਂ 'ਚੋਂ ਰੱਬ ਦਿਖਾਂਗਾ। ਜੇ ਪਤੀ ਆਪਣੀ ਪਤਨੀ 'ਚੋਂ ਰੱਬ ਦੇਖਣ ਲੱਗ ਜਾਏ, ਪਤਨੀ ਨੂੰ ਬਾਹਰ ਛੱਡ ਕੇ ਦੌੜੇਗਾ ਨਹੀਂ, ਪਤਨੀ 'ਚੋਂ ਰੱਬ ਦੇਖੇਗਾ। ਪਤਨੀ ਪਤੀ 'ਚ ਰੱਬ ਦੇਖਣ ਲੱਗ ਜਾਏ, ਉਹ ਆਪਣੇ ਪਤੀ ਨੂੰ ਛੱਡ ਕੇ ਬਾਹਰ ਨਹੀਂ ਭਟਕੇਗੀ, ਪਤੀ 'ਚੋਂ ਰੱਬ ਦੇਖ ਕੇ ਦੀ ਸੇਵਾ ਕਰੇਗੀ। ਮਾਪੇ ਆਪਣੇ ਬੱਚਿਆਂ 'ਚ ਰੱਬ ਦੇਖਣ ਲੱਗ ਜਾਣ, ਉਹਨਾਂ ਨੂੰ ਝੂਠ ਬੋਲਣਾ ਨਹੀਂ ਸਿਖਾਉਣਗੇ, ਗਾਲਾਂ ਕੱਢਣੀਆਂ ਨਹੀਂ ਸਿਖਾਉਣਗੇ, ਸਹੀ ਪਾਲਣਾ ਕਰਨਗੇ। ਬੱਚੇ ਮਾਪਿਆਂ 'ਚ ਰੱਬ ਦੇਖਣਾ ਸ਼ੁਰੂ ਕਰ ਦੇਣ, ਤੇ ਬੁਢਾਪੇ 'ਚ ਮਾਪੇ ਨੂੰ ਠੋਕਰਾਂ ਖਾਣ ਤੇ ਛੱਡ ਕੇ ਨਹੀਂ ਜਾਣਗੇ।
ਉਹਨਾਂ 'ਚ ਰੱਬ ਦੇਖ ਕੇ ਉਹਨਾਂ ਦੀ ਸੇਵਾ ਕਰਨਗੇ। ਸੱਸ ਨੂੰਹ ਦੇ ਵਿੱਚੋਂ ਰੱਬ ਦੇਖਣਾ ਸ਼ੁਰੂ ਕਰ ਦੇ, ਉਹ ਨੂੰਹ ਦੇ ਸਿਰ ਤੇ ਤੇਲ ਪਾ ਕੇ ਉਹਨੂੰ ਜਿੰਦਾ ਨਹੀਂ ਸਾੜੇਗੀ, ਰੱਬ ਸਮਝ ਕੇ ਉਹਦੀ ਧੀ ਸਮਝ ਕੇ ਸੇਵਾ ਕਰੇਗੀ। ਸੱਸ ਇਸੇ ਤਰ੍ਹਾਂ ਨੂੰਹ ਸੱਸ ਚੋਂ ਰੱਬ ਦੇਖਣ ਲੱਗ ਜਾਏ, ਉਹ ਸੱਸ ਦੀ ਗੁੱਤ ਫੜ ਕੇ ਘਰੋਂ ਬਾਹਰ ਨਹੀਂ ਕੱਢੇਗੀ, ਉਹਦੇ ਵਿੱਚੋਂ ਰੱਬ ਦੇਖ ਕੇ ਮਾਂ ਦੀ ਤਰ੍ਹਾਂ ਉਹਦੀ ਸੇਵਾ ਕਰੇਗੀ। ਮਾਲਕ ਨੌਕਰ ਚੋਂ ਰੱਬ ਦੇਖਣ ਲੱਗ ਜਾਏ, ਨੌਕਰ ਨੂੰ ਪੂਰੀ ਤਨਖਾਹ ਦੇਣੀ ਪਏਗੀ, ਉਹਦੇ ਹੱਕ ਦੇਣੇ ਪੈਣਗੇ। ਨੌਕਰ ਮਾਲਕ ਚ ਰੱਬ ਦੇਖਣਾ ਸ਼ੁਰੂ ਕਰ ਦੇ, ਉਹਨੂੰ ਪੂਰੀ ਇਮਾਨਦਾਰੀ ਨਾਲ ਕੰਮ ਕਰਨਾ ਪਏਗਾ। ਗੱਲ ਕੀ, ਸਾਰਿਆਂ ਚੋਂ ਇੱਕ ਰੱਬ ਦੇਖਣ ਦਾ ਸਿਧਾਂਤ ਪੂਰੇ ਜਗਤ ਨੂੰ ਸੁਖੀ ਤੇ ਆਨੰਦਿਤ ਕਰ ਦੇਗਾ। ਜੇਕਰ ਪੂਰੀ ਦੁਨੀਆ ਤੇ ਇੱਕ ਓਂਕਾਰ ਦਾ ਸਿਧਾਂਤ ਲਾਗੂ ਹੋ ਜਾਏ, ਸਾਰੀ ਧਰਤੀ ਸਵਰਗ ਹੋ ਜਾਏਗੀ, ਆਨੰਦਿਤ ਹੋ ਜਾਏਗੀ, ਸਾਰੇ ਹੀ ਰੱਬ ਹੀ ਨਜ਼ਰ ਆਣਗੇ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਫਿਰ ਰੱਬ ਤੋਂ ਬਿਨਾਂ ਕੌਣ ਹੈ? ਉਹੀ ਤੇ ਹਰ ਥਾਂ ਤੇ ਹੈ, ਹਰ ਇੱਕ ਚ ਉਹੀ ਸਮਾਇਆ ਹੋਇਆ ਹੈ। ਇੱਕ ਓਂਕਾਰ ਦਾ ਸਿਧਾਂਤ ਦੁਨੀਆ ਤੇ ਫੈਲ ਜਾਏਗਾ। ਫਿਰ ਬਣੇਗਾ ਬੇਗਮਪੁਰਾ ਸ਼ਹਿਰ ਕੋ ਨਾਓ, ਫਿਰ ਬਣੇਗਾ ਹੁਣ ਹੁਕਮ ਹੋਵਾ ਮਿਹਰਬਾਨ ਦਾ, ਪੈ ਕੋਈ ਨਾ ਕਿਸੇ ਨੇ ਜਾਣਦਾ, ਸਭ ਸੁਖਾਲੀ ਬੁੱਠੀਆਂ ਇਹ ਹੋਵਾ ਹਲੇਮੀ ਰਾਜ ਜੀਓ। ਸਤਿਗੁਰ ਕਿਰਪਾ ਕਰਨ, ਅਸੀਂ ਸਿਰਫ ਪੜ੍ਹੀਏ ਨਾ, ਅਮਲ ਕਰ ਲਈਏ। ਗੁਰ ਪ੍ਰਸਾਦ ਸਾਨੂੰ ਇੱਕ ਓਂਕਾਰ ਤੱਕ ਪਹੁੰਚਾ ਸਕਦਾ ਹੈ। ਜੇ ਮੰਗਲਾਚਰਨ ਦੇ ਇਹਨਾਂ 8 ਗੁਣਾਂ ਨੂੰ ਅਸੀਂ ਆਪਣੀ ਪ੍ਰੈਕਟੀਕਲ ਜ਼ਿੰਦਗੀ ਚ ਲਿਆਈਏ, ਅਸੀਂ ਹੀ ਰੱਬ ਵਰਗੇ ਹੋ ਜਾਵਾਂਗੇ। ਹੋਈਆਂ ਬੇਅੰਤ ਭੁੱਲਾਂ ਖਿਮਾ ਕਰਨੀਆਂ ਜੀ। ਮਿਲ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।